सिख इतिहास के पन्नियां चों प्रोफैसर कश्मीरा सिंह होरां ने जिहड़ा पिछले दिनी एक नवां कॉन्सैप्ट दिता, जिस दे विच उन्हां ने दस्सिया कि 10वें पातशाह श्री गुरु गोबिंद सिंह जी जिथे एक धार्मिक लीडर सन, उत्थे उन्हां ने किसानां दे लीडर दे तौर दे उत्ते एक बहुत वड्डी प्राप्ति लई भोएं वत्तर कर दित्ती सी, राह पद्धरा कर दित्ता सी कि जिहड़े भी मुजारे ने, जिहड़े जगीरदारी सिस्टम दे विच जमीन बाहुंदे ने पर उन्हां दी जमीन कोई नहीं, उन्हां नूं जमीन दवाई जाए। जमीन हल वाहक दी ਇਹ ਮੂਵਮੈਂਟ ਦੇ ਬੀਜ ਉਦੋਂ ਹੀ ਬੀਜੇ ਗਏ ਸਨ ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਭੇਜਿਆ ਅਤੇ ਕਿਸਾਨਾਂ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਜਗੀਰਦਾਰੀ ਢਾਂਚੇ ਨੂੰ ਖੇਰੂ ਕਰਨ ਦੇ ਵਿੱਚ ਮਦਦ ਕੀਤੀ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਕਿੰਨਾ ਸ਼ਕਤੀਸ਼ਾਲੀ ਬਣ ਗਿਆ। ਕਿਸਾਨਾਂ ਦੇ ਵਿੱਚ ਮੁਜ਼ਾਰਿਆਂ ਨੂੰ ਜਿਹੜੀ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦਾ ਭੇਜਿਆ ਹੋਇਆ ਇਹ ਅੰਬੈਸਡਰ ਗੁਰੂ ਸਾਹਿਬ ਦਾ ਬੰਦਾ ਸਿੰਘ ਬਹਾਦਰ, ਇਹਨਾਂ ਦੇ ਇਸ ਯੁੱਗ ਤੋਂ ਪਿੱਛੋਂ ਫਿਰ ਕੀ ਹੁੰਦਾ ਹੈ? ਫਿਰ ਕਾਫੀ ਗੈਪ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਿੱਛੋਂ ਪੰਜਾਬ ਦੇ ਕਿਸਾਨਾਂ ਦਾ ਕੀ ਬਣਿਆ, ਪੰਜਾਬ ਦੀ ਕਿਸਾਨੀ ਦਾ ਕੀ ਬਣਿਆ ਅਤੇ ਪੰਜਾਬ ਦਾ ਕੀ ਬਣਿਆ? ਔਰ ਉਸ ਤੋਂ ਬਾਅਦ ਖਾਲਸੇ ਦੀ ਸਿਰਜਣਾ ਤਾਂ ਹੋ ਚੁੱਕੀ ਸੀ, ਕਿਸਾਨਾਂ ਦਾ ਮਸਲਾ ਵੀ ਕਾਫੀ ਹੱਦ ਤੱਕ ਹੱਲ ਹੋ ਗਿਆ ਸੀ, ਪਰ ਮਿਸਲਾਂ ਤੱਕ ਕੀ ਹੁੰਦਾ ਰਿਹਾ ਉਹ ਇਤਿਹਾਸ ਦੇ ਪੰਨਿਆਂ ਨੂੰ ਅੱਜ ਟਟੋਲਿਆ ਜਾਏਗਾ ਅਤੇ ਪ੍ਰੋਫੈਸਰ ਸਾਹਿਬ ਸਾਨੂੰ ਦੱਸਣਗੇ ਕਿ ਉਹਨਾਂ ਸਮਿਆਂ ਦੇ ਵਿੱਚ ਕੀ ਕੁਛ ਹੋਇਆ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ। ਸਰ ਥੈਂਕ ਯੂ। ਸੈਨ ਸਾਹਿਬ, ਅਸਲ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਗੱਲ ਕੀਤੀ ਸੀ ਤਾਂ ਉਹਦੇ 'ਚ ਇਹ ਗੱਲ ਹੋਈ ਸੀ ਵੀ ਸਿੱਖ ਰਾਜ ਦੀ ਸਥਾਪਨਾ ਕਿੱਦਾਂ ਹੋਈ। ਆਹ ਪੀਰੀਅਡ ਤਾਂ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ, ਉਹ ਮੈਂ ਇਹ ਕਹਿਣਾ ਚਾਹੁੰਦਾ ਸੀ ਜੀ, ਇਹ ਤੋਂ ਪਹਿਲਾਂ 2 ਮਿੰਟ ਮੈਨੂੰ ਤੁਸੀਂ ਦਿਓ ਇਹ ਦੱਸਣ ਦੇ ਲਈ ਵੀ ਜਿਹੜਾ ਖਿੱਤਾ ਜਿਹੜੇ ਬੰਦੇ ਅਸਲ 'ਚ ਪੰਜਾਬ ਦੇ ਨਾਲ ਹੈਗੇ ਸੰਬੰਧਿਤ, ਉਹਨਾਂ ਦੇ ਲਈ ਆਹ ਪ੍ਰੋਗਰਾਮ ਹੈਗਾ ਜ਼ਿਆਦਾ, ਉਹ ਇੰਟਰਸਟਡ ਆ, ਉਹਨਾਂ ਨੂੰ ਇਹ ਜਾਣਨਾ ਜ਼ਰੂਰੀ ਹੈ। ਅੱਜ ਦਾ ਪ੍ਰੋਗਰਾਮ ਜਿਹੜਾ ਪੰਜਾਬ ਜਿਹੜਾ ਹੈਗਾ, ਜਿਸ ਵੇਲੇ ਆਰੀਅਨ ਲੋਕ ਆਏ ਆ ਜੀ, ਆਰੀਅਨ ਵੇਲੇ ਕੋਈ ਕਬੀਲੇ ਹੁੰਦੇ ਸੀ, ਕੋਈ ਕਿਤੇ ਬੈਠਾ ਸੀ, ਕੋਈ ਕਿਤੇ ਬੈਠਾ ਸੀ, ਕੋਈ ਨਹੀਂ ਸੀ ਸਾਡੇ ਕੋਲ ਕੋਈ ਉਸ ਸਮੇਂ ਦੇ ਕਿਸੇ ਰਾਜ ਦੀ ਰਿਕਾਰਡਡ ਹਿਸਟਰੀ ਹੈ ਨਹੀਂ ਸਾਡੇ ਕੋਲ। ਉਹ ਤੋਂ ਬਾਅਦ ਜੇ ਅਸੀਂ ਦੇਖ ਲਈਏ ਅਲੈਗਜ਼ੈਂਡਰ ਦੇ ਹਮਲੇ 'ਤੇ ਵੇਲੇ ਆਉਂਦੇ ਆ, ਸਿਕੰਦਰ ਦਾ ਹਮਲਾ 326 BC, ਯਾਨੀ ਤੁਸੀਂ ਕਹਿ ਸਕਦੇ ਹਾਂ ਅੱਜ ਤੋਂ 2350 ਸਾਲ ਪਹਿਲਾਂ ਹੋਇਆ। ਸਿਕੰਦਰ ਦੇ ਹਮਲੇ ਦੇ ਵੇਲੇ ਜਿਹੜੀ ਪੋਜੀਸ਼ਨ ਸੀਗੀ, ਉਸ ਵੇਲੇ ਪੋਜੀਸ਼ਨ ਇਹ ਸੀ, ਸਾਨੂੰ ਥੋੜ੍ਹਾ ਜਿਹਾ ਦਿਸਦਾ ਵੀ ਪੰਜਾਬ ਦੇ ਉੱਤੇ ਇੱਕ ਖਿੱਤੇ ਦੇ ਉੱਤੇ ਪੋਰਸ ਰਾਜ ਕਰਦਾ ਸੀ ਜੀ। ਪੋਰਸ ਦਾ ਜਿਹੜਾ ਰਾਜ ਸੀਗਾ ਜਾ ਕੇ ਉਹ ਥੋੜ੍ਹਾ ਜਿਹਾ ਚਨਾਬ ਔਰ ਜੇਹਲਮ ਦੇ ਵਿਚਾਲੇ ਸੀਗਾ। ਉਹ ਤੋਂ ਗਾਹਾਂ ਰਾਜੇ ਅੰਬੀ ਦਾ ਸੀ, ਟੈਕਸਲਾ ਦਾ ਸੀ, ਪੰਜਾਬ ਦਾ ਕੋਈ ਰਾਜਾ ਨਾ ਸੀ। ਇਹ ਮੈਂ ਗੱਲਾਂ ਤੁਹਾਨੂੰ ਤਾਂ ਦੱਸ ਰਿਹਾ, ਇਹ ਇਸ ਕਰਕੇ ਵੀ ਪੰਜਾਬ ਇੱਕ ਆਜ਼ਾਦ ਦੇਸ਼ ਦੇ ਤੌਰ 'ਤੇ ਕਦੇ ਵੀ ਐਗਜ਼ਿਸਟ ਨਹੀਂ ਕੀਤਾ, ਸਿਰਫ ਇੱਕ ਵਾਰ। ਇੱਕ ਵਾਰ ਤੋਂ ਬਿਨਾਂ ਪੰਜਾਬ ਕਦੇ ਵੀ ਇੱਕ ਦੇਸ਼ ਦੇ ਤੌਰ 'ਤੇ ਐਗਜ਼ਿਸਟ ਨਹੀਂ ਕੀਤਾ। ਉਹ ਹਿੱਸਾ ਰਿਹਾ, ਕਦੇ ਉਹ ਯੂਨਾਨ ਦਾ ਹਿੱਸਾ ਰਿਹਾ, ਕਦੇ ਉਹ ਈਰਾਨ ਦਾ ਹਿੱਸਾ ਰਿਹਾ, ਕਦੇ ਉਹ ਕਾਬਲ ਦਾ ਹਿੱਸਾ ਰਿਹਾ, ਕਦੇ ਉਹ ਦਿੱਲੀ ਦਾ ਹਿੱਸਾ ਰਿਹਾ, ਕਦੇ ਉਹ ਕਿਸੇ ਦਾ ਹਿੱਸਾ ਰਿਹਾ, ਪਰ ਆਪਣੇ ਤੌਰ 'ਤੇ ਉਹ ਕਦੇ ਜਿਹਨੂੰ ਆਪਾਂ ਕਹਿ ਸਕਦੇ ਨਾ ਕਿੰਗਡਮ ਆਫ ਪੰਜਾਬ ਨਹੀਂ ਕਦੇ ਹੋਈ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਟਾਈਮ ਉਹਦੀ ਗੱਲ ਆਪਾਂ ਕਹੇ, ਸੁਲਤਾਨੇਟ ਆਫ ਪੰਜਾਬ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਹੈ ਨਾ ਸੀ, ਉਹ ਕਦੇ ਵੀ ਨਹੀਂ ਹੋਈ ਹੈ। ਸਿਰਫ ਹਿਸਟਰੀ ਦੇ ਵਿੱਚ ਹੁਣ ਪੰਜਾਬ ਦੀ ਜੇ ਆਪਾਂ ਦੇਖ ਲਈਏ ਵੀ 100 ਸਾਲਾਂ ਦੀ ਹਿਸਟਰੀ ਜਾਂ 1000 ਸਾਲਾਂ ਦੀ ਹਿਸਟਰੀ ਦੇ ਵਿੱਚ ਵੀ ਕਦੇ ਨਹੀਂ ਹੋਇਆ ਵੀ ਪੰਜਾਬ ਇੱਕ ਆਜ਼ਾਦ ਦੇਸ਼ ਦੇ ਉੱਤੇ ਵਿਚਰਿਆ ਹੋ। ਮੈਂ ਇਹ ਨਹੀਂ ਕਹਿੰਦਾ ਪੰਜਾਬ ਹੁਣ ਵੀ ਗੁਲਾਮ ਨਹੀਂ ਹੈ, ਪਰ ਹੁਣ ਜਿਹੜਾ ਵੀ ਪੰਜਾਬ ਹੈਗਾ ਉਹ ਇੱਕ ਆਜ਼ਾਦ ਦੇਸ਼ ਦਾ ਹਿੱਸਾ ਆ, ਰਾਦਰ 2 ਆਜ਼ਾਦ ਦੇਸ਼ਾਂ ਦਾ ਹਿੱਸਾ ਆ। ਕੁਛ ਪੰਜਾਬ ਦਾ ਹਿੱਸਾ ਹਿੰਦੁਸਤਾਨ ਆਜ਼ਾਦ ਦਾ ਹਿੱਸਾ ਆ, ਕੁਛ ਪੰਜਾਬ ਦਾ ਹਿੱਸਾ ਆਜ਼ਾਦ ਪਾਕਿਸਤਾਨ ਦਾ ਹਿੱਸਾ ਹੈ ਜਾ ਕੇ। ਪਰ ਆਪਣੇ ਤੌਰ 'ਤੇ ਕਦੇ ਇੱਕ ਮੁਲਕ ਜਿਹਨੇ ਆਪਣੇ ਫੈਸਲੇ ਆਪ ਕੀਤੇ ਹੋਣ, ਜਿਹਨ ਬਾਹਰਲੇ ਨਾਲ ਰਿਲੇਸ਼ਨ ਆਪਣੇ ਆਪ ਬਣਾਏ ਹੋਣ ਜਾ ਕੇ, ਜਿਹਨ ਆਪਣਾ ਬਾਦਸ਼ਾਹ ਹੋਵੇ, ਜਿਹਦੇ ਆਪਣੇ ਅਹਿਲਕਾਰ ਹੋਵੇ, ਆਪਣਾ ਸਿੱਕਾ ਹੋਵੇ, ਆਪਣਾ ਰਾਜ ਹੋਵੇ, ਆਪ ਉਹ ਫੈਸਲੇ ਕਰਦੇ ਹੁਣ ਵੀ ਅਸੀਂ ਕੀ ਕਰਨਾ। ਹਿਸਟਰੀ ਵਿੱਚ ਸਿਰਫ ਇੱਕ ਵਾਰ ਹੋਇਆ, ਸਿਰਫ ਇੱਕ ਵਾਰ ਹੋਇਆ। ਉਹ ਹੋਇਆ 1799 ਤੋਂ ਲੈ ਕੇ 1849 ਦੇ 50 ਸਾਲ ਦਾ। 1000 ਸਾਲਾਂ ਦੀ ਹਿਸਟਰੀ ਦੇ ਵਿੱਚ ਸਿਰਫ 50 ਸਾਲ ਪੰਜਾਬ ਆਜ਼ਾਦ ਰਹੇ, ਆਪਣੇ ਤੌਰ 'ਤੇ ਐਗਜ਼ਿਸਟ ਕੀਤਾ। ਬਾਕੀ ਨਹੀਂ ਉਹ ਹਿੱਸਾ ਰਿਹਾ, ਕਦੇ ਯੂਨਾਨ ਦਾ ਅਤੇ ਕਦੇ ਯੂਨਾਨੀਆਂ ਦਾ, ਕਦੇ ਈਰਾਨੀਆਂ ਦਾ, ਕਦੇ ਅਫਗਾਨਾਂ ਦਾ, ਕਦੇ ਦਿੱਲੀ ਵਾਲਿਆਂ ਦਾ, ਕਦੇ ਕਾਬਲ ਵਾਲਿਆਂ ਦਾ, ਇੱਦਾਂ ਹਿੱਸਾ ਰਿਹਾ। ਆਪਣੇ ਤੌਰ 'ਤੇ ਸਿਰਫ ਇੱਕ ਵਾਰ ਐਗਜ਼ਿਸਟ ਕੀਤਾ। ਉਹ ਕਿੱਦਾਂ ਵਜੂਦ ਦੇ ਵਿੱਚ ਆਇਆ ਉਹਦੀ ਗੱਲ ਕਰਨੀ ਆ, ਉਹ ਕਿੱਦਾਂ ਵਜੂਦ ਦੇ ਵਿੱਚ ਆਇਆ। ਅੱਛਾ, ਹੁਣ ਉਹਨੂੰ ਸਮਝਣ ਦੇ ਲਈ ਦੇਖੋ, ਸਿੱਖ ਮੂਵਮੈਂਟ ਨੂੰ ਸਮਝਣ ਦੇ ਲਈ ਸਿੱਖ
ਸੈਕੂਲਰਿਜ਼ਮ ਔਰ ਸਿੱਖਿਜ਼ਮ ਦਾ ਜਿਹੜਾ ਇਨਸਾਨੀਅਤ ਦਾ ਪੱਖ ਆ ਉਹ ਸਮਝਣਾ ਬਹੁਤ ਜ਼ਰੂਰੀ ਆ। ਨਹੀਂ ਇਹ ਸਮਝ ਨਹੀਂ ਆਉਣੀ, ਨਹੀਂ ਇਹ ਸਮਝ ਨਹੀਂ ਆਉਣੀ ਵੀ ਨਹੀਂ ਰਾਜ ਆਪਣਾ ਕਿੱਦਾਂ ਕਾਇਮ ਕਰ ਲਿਆ। ਇਹ ਤਾਂ ਥੋੜ੍ਹੇ ਜਿਹੇ ਬੰਦੇ ਸੀਗੇ ਜਿਸ ਵੇਲੇ ਬੰਦੇ ਬਹਾਦਰ ਤੋਂ ਬਾਅਦ ਪੰਜਾਬ ਦੇ ਵਿੱਚ ਆਉਂਦੇ, ਇਹਨਾਂ ਦੀ ਬਹੁਤ ਹੀ ਥੋੜ੍ਹੀ ਗਿਣਤੀ ਸੀ ਜੀ। ਈਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਪਹਿਲਾ ਸੈਂਸਸ ਹੋਇਆ ਅੰਗਰੇਜ਼ਾਂ ਨੇ ਕਰਾਇਆ, ਉਹਦੇ ਵਿੱਚ ਵੀ ਸਿੱਖ ਬਹੁਤ ਥੋੜ੍ਹੇ ਸੀ। ਅੱਛਾ, ਹਾਂਜੀ, ਉਹਦੇ ਵਿੱਚ ਵੀ ਸਿੱਖ ਬਹੁਤ ਥੋੜ੍ਹੇ ਸੀ। ਉਹਨਾਂ ਨੇ ਮਰਦਮਸ਼ੁਮਾਰੀ ਕਰਵਾਈ ਸੀ, ਪਹਿਲੀ ਵਾਰ ਨਹੀਂ ਮਰਦਮਸ਼ੁਮਾਰੀ ਕੋਈ। ਹੁਣ ਉਹ ਇਹ ਜਿਹੜਾ ਹੈਗਾ ਤੁਸੀਂ ਦੇਖੋ, ਇਹਦੇ ਵਿੱਚ ਥੋੜ੍ਹੇ ਜਿਹੇ ਬੰਦਿਆਂ ਨੇ ਐਡੇ ਵੱਡੇ ਪੰਜਾਬ ਦੇ ਉੱਤੇ ਰਾਜ ਕਰ ਲਿਆ। ਇਹਨੂੰ ਸਮਝਣ ਦੇ ਲਈ ਸਿੱਖਇਜ਼ਮ ਦਾ ਜਿਹੜਾ ਇਨਸਾਨੀਅਤ ਦਾ ਪੱਖ ਆ, ਸੈਕੂਲਰਿਜ਼ਮ ਦਾ ਪੱਖ ਆ, ਉਹ ਸਮਝੇ ਤੋਂ ਬਿਨਾਂ ਇਹ ਸਮਝ ਨਹੀਂ ਆਉਣੀ। ਉਹ ਸਮਝਾਓ ਜੀ ਪਹਿਲਾਂ। ਹੁਣ ਉਹ ਮੈਂ ਦੱਸਦਾ ਜੀ। ਹੁਣ ਤੁਸੀਂ ਇਹ ਦੇਖੋ, ਈਵਨ ਜੇ ਆਪਾਂ ਗੁਰੂ ਸਾਹਿਬ ਤੋਂ ਪਹਿਲੇ ਗੁਰੂ ਸਾਹਿਬ ਤੋਂ ਹੀ ਲੈ ਲਈਏ, ਉੱਥੋਂ ਹੀ ਸ਼ੁਰੂ ਹੋ ਗਿਆ ਉਹ ਗੱਲ। ਉੱਥੇ ਹੀ ਆਪਾਂ ਦੇਖ ਲਈਏ ਵੀ ਉਹਨਾਂ ਦਾ ਸਭ ਤੋਂ ਜਿਹੜਾ ਕਲੋਜ਼ ਸਾਥੀ ਸੀਗਾ ਉਹ ਇੱਕ ਮੁਸਲਮਾਨ ਸੀਗਾ, ਮਰਦਾਨਾ ਸੀਗਾ ਜਾ ਕੇ। ਅਜੇ ਤੁਸੀਂ ਦੇਖੋ ਬਾਲੇ ਤੇ ਤਾਂ ਸ਼ੱਕ ਹੁੰਦੀ ਆ ਵੀ ਬਾਲਾ ਹੋਇਆ ਕਿ ਨਹੀਂ ਹੋਇਆ, ਮਰਦਾਨੇ ਬਾਰੇ ਕੋਈ ਸ਼ੱਕ ਨਹੀਂ। ਔਰ ਲਾਈਫ ਲੌਂਗ ਉਹ ਉਹਨਾਂ ਦਾ ਕੰਪੈਨੀਅਨ ਰਿਹਾ। ਉੱਥੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਜਿਹੜੀ ਹੈਗੀ ਆ ਕਮਿਊਨਲਿਜ਼ਮ ਵੱਲ ਨੂੰ ਮੂਵਮੈਂਟ ਨਹੀਂ ਜਾਣੀ ਹੈ। ਠੀਕ ਹੈ, ਉੱਥੋਂ ਚਲੇ ਜਾ। ਹੁਣ ਅੱਗੇ ਜਿਸ ਵੇਲੇ ਆਉਂਦੇ ਆ ਚੱਲਦਾ ਗਿਆ, ਗੁਰੂ ਸਾਹਿਬ ਨੇ ਤਾਂ ਆਪਣੀ ਪੋਇਟਰੀ ਦੇ ਵਿੱਚ ਵੀ ਸਪਸ਼ਟ ਸਿੱਧਾ ਹੈ ਸਭ ਕੁਝ। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਫੌਜ ਵੀ ਕੀਤੀ ਨਾ ਜੀ, ਉਸ ਵੇਲੇ ਫੌਜ ਦੇ ਵਿੱਚ ਵੀ ਬੜੀ ਸਿੰਘ ਸਾਹਿਬ ਉਸ ਮੁਸਲਮਾਨ ਵੀ ਸੀਗੇ ਉਹਨਾਂ ਦੀ ਫੌਜ ਦੇ ਵਿੱਚ। ਪੈਂਦੇ ਖਾਨਾ ਚਾਹੇ ਸੀਗਾ, ਬਾਅਦ ਦੇ ਵਿੱਚ ਡਿਫਰੈਂਸਿਸ ਹੋ ਗਏ ਪੈਂਦੇ ਖਾਨਾ। ਹੁਣ ਸਾਡੇ ਇਤਿਹਾਸਕਾਰ ਕੀ ਕਰਦੇ ਆ, ਪੈਂਦੇ ਖਾਨਾ ਡਿਫਰੈਂਸਿਸ ਦੀ ਗੱਲ ਕਰ ਦਿੰਦੇ ਆ, ਪੈਂਦੇ ਖਾਨਾ ਫੌਜ ਦੇ ਵਿੱਚ ਆਉਣੇ ਦੀ ਗੱਲ ਨਹੀਂ ਕਰਦੇ ਆ। ਇੱਕ ਤਾਂ ਸਿੰਘ ਸਾਹਿਬ ਮੇਰੇ ਇਹ ਸਮਝ ਨਹੀਂ ਆਉਂਦੀ ਹੈ ਕਿਉਂ ਗੱਲ ਆ ਵੀ ਸਾਡੇ ਚਾਹੇ ਇਤਿਹਾਸਕਾਰ ਜਿਹੜੇ ਹੈਗੇ ਆ ਇੱਦਾਂ ਬਣਾਈ ਜਾਂਦੇ ਆ ਹਿਸਟਰੀ ਨੂੰ ਜਾ ਕੇ ਭਈ ਇਹ ਜਿਹੜੇ ਹੈਗੇ ਮੁਸਲਮਾਨ ਜ਼ਾਲਮ ਹੁੰਦੇ ਆ ਬਹੁਤ ਜਾ ਕੇ, ਇਹ ਹਿੰਦੂ ਸਿੱਖ ਬੀਬੇ ਰਾਣੇ ਆ ਜਾ ਕੇ, ਇਹ ਤਾਂ ਕਦੇ ਕੁਛ ਕਰਦੇ ਨਹੀਂ ਹੈ। ਉਹ ਸਿੰਘ ਸਾਹਿਬ ਇਸਲਾਮ ਦੀ ਜੇ ਹਿਸਟਰੀ ਤੁਸੀਂ ਦੇਖ ਲਓ, ਮੁਹੰਮਦ ਸਾਹਿਬ ਦੀ ਜ਼ਿੰਦਗੀ ਦੇਖ ਲਓ, ਉਹ ਰਹਿਮ ਦੇ ਐਕਟਸ ਦੇ ਨਾਲ ਭਰੀ ਪਈ ਹੈ ਜਾ ਕੇ। ਪਰ ਸਭ ਇੱਕ ਉਹ ਵੀ ਕੀ ਕਰਨ, ਔਰੰਗਜ਼ੇਬ ਨੇ ਜੋ ਜ਼ੁਲਮ ਢਾਹੇ ਆ ਘੱਟ ਗਿਣਤੀਆਂ ਤੇ ਜਾਂ ਉਹਨੇ ਮੁਸਲਮਾਨਾਂ ਤੇ ਵੀ ਢਾਹੇ ਆ, ਪਰ ਸਿੱਖਾਂ ਨੂੰ ਉਹ ਬਹੁਤ ਚੁੱਭਦੇ ਆ। ਤੁਸੀਂ ਕਈ ਵਾਰੀ ਦੱਸਿਆ ਵੀ ਉਹਨੇ ਤਾਂ ਆਪਣਾ ਪਰਿਵਾਰ ਵੀ ਨਹੀਂ ਛੱਡਿਆ। ਔਰ ਇਸੇ ਤਰ੍ਹਾਂ ਹੀ ਕੁਝ ਹੋਰ ਜ਼ਾਲਮ ਬਾਦਸ਼ਾਹ ਹੋਏ ਜਿਨ੍ਹਾਂ ਨੇ ਦੰਦ ਖੱਟੇ ਕਰ ਦਿੱਤੇ, ਲੋਕਾਂ ਦੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਇਸ ਕਰਕੇ ਉਹ ਸਮੁੱਚੇ ਇਸਲਾਮ ਵੱਲ ਨੂੰ ਇਸ਼ਾਰਾ ਹੋਣ ਲੱਗ ਪਿਆ। ਸਿੰਘ ਸਾਹਿਬ ਰੌਲਾ ਇਸ ਗੱਲ ਦਾ ਹੈਗਾ ਜਾ ਕੇ, ਕਿਹੜਾ ਰਾਜਾ ਹੈ ਜਿਹੜਾ ਜ਼ੁਲਮ ਨਹੀਂ ਕਰਦਾ ਹੈ ਜਾ ਕੇ? ਬਿਲਕੁਲ, ਕਿਹੜਾ ਰਾਜਾ ਜਿਹੜਾ ਜ਼ੁਲਮ ਨਹੀਂ ਕਰਦਾ? ਕਿਹੜਾ ਰਾਜਾ ਹੈਗਾ ਜਿਹੜਾ ਆਪਣੇ ਧਰਮ ਵਾਲਿਆਂ ਤੇ ਜ਼ੁਲਮ ਨਹੀਂ ਕਰਦਾ ਹੈ ਜਾ ਕੇ? ਮਹਾਰਾਜਾ ਰਣਜੀਤ ਸਿੰਘ ਨੇ। ਹੁਣ ਅਸੀਂ ਉਸ ਰਾਜ ਦੀ ਗੱਲ ਕਰਦੇ ਹਾਂ ਜੀ, ਜਿਸ ਰਾਜ ਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਮਿਊਨਲਿਜ਼ਮ ਹੈ ਹੀ ਨਹੀਂ ਸੀ ਮਹਾਰਾਜ ਦੇ। ਇਹ ਮੈਂ ਦੱਸ ਕੇ ਫੇਰ ਆਉਣਾ ਉੱਧਰ ਨੂੰ ਜਾ ਕੇ ਵੀ ਉਹ ਰਾਜ ਕਿੱਦਾਂ ਦਾ ਸੀ ਜਿਹਦੀ ਅਸੀਂ ਗੱਲ ਕਰਨੀ ਹੈ। ਥੋੜ੍ਹੇ ਜਿਹੇ ਸਿਰਫ ਉਹਦੇ ਮੈਂ ਦੋ ਪੱਖ ਲਊਂਗਾ, ਇੱਕ ਉਹਦਾ ਸੈਕੂਲਰਿਜ਼ਮ ਦਾ ਪੱਖ ਲਊਂਗਾ, ਇੱਕ ਹਿਊਮਨ ਰਾਈਟਸ ਦਾ ਪੱਖ ਲਊਂਗਾ ਜੀ। ਸੈਕੂਲਰਿਜ਼ਮ ਦੇ ਪੱਖ ਦੇ ਵਿੱਚ ਤੁਸੀਂ ਇਹ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕਦੇ ਇਹ ਹੋਇਆ ਹੀ ਨਹੀਂ ਸੀ ਵੀ ਇਹ ਸਿੱਖ ਰਾਜ ਹੈ, ਇਹ ਪੰਜਾਬੀਆਂ ਦਾ ਰਾਜ ਹੈ, ਪੰਜਾਬੀਆਂ ਦਾ ਸਾਂਝਾ ਰਾਜ ਹੈ। ਉਹ ਹੁਣ ਆਪਾਂ ਉਹਦੀ ਗੱਲ ਇਹ ਕਰਨੀ ਵੀ ਉਹ ਬਣ ਕਿੱਦਾਂ ਗਿਆ। ਹੁਣ ਪੰਜਾਬੀਆਂ ਦੇ ਰਾਜ ਦੇ ਵਿੱਚ ਤੁਸੀਂ ਦੇਖੋ, ਹਿੰਦੂ ਸਿੱਖ ਮੁਸਲਮਾਨ ਦਾ ਉੱਥੇ ਕੋਈ ਰੌਲਾ ਨਹੀਂ ਸੀ ਹੁੰਦਾ ਹੈਗਾ। ਅੱਜ ਦੇ ਸਟੈਂਡਰਡ ਦੇ ਨਾਲ ਵੀ ਉੱਥੇ ਉਹਦਾ ਸੈਕੂਲਰਿਜ਼ਮ ਇੰਨਾ ਵਧੀਆ ਸੀ। ਅੱਜ ਅਜੇ ਰੌਲੇ ਪੈ ਰਹੇ ਆ ਫਿਰ ਇਸ ਗੱਲ ਦੇ ਉੱਤੇ ਪੇ ਜਾ ਕੇ ਤੁਸੀਂ ਦੂਜਿਆਂ ਦੇ ਨਾਲ ਚੰਗਾ ਵਰਤਾਅ ਨਹੀਂ ਕਰ ਰਹੇ। ਮਹਾਰਾਜਾ ਸਾਹਿਬ ਦੇ ਟਾਈਮ ਦੇ ਵਿੱਚ ਇਹ ਬਿਲਕੁਲ ਇਹ ਗੱਲ ਨਾ ਸੀ ਹੁੰਦੀ। ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦੇਣਾ ਤੁਹਾਨੂੰ। ਜਾ ਮਹਾਰਾਜੇ ਦੀ ਉਮਰ ਸੀ ਉਸ ਵੇਲੇ 22 ਸਾਲ। ਇੱਕ ਨੱਚਣ ਵਾਲੀ ਕੁੜੀ ਸੀ, ਉਹਦੀ ਉਮਰ ਸੀ 21 ਸਾਲ ਜੀ। ਮਹਾਰਾਜੇ ਨੇ ਉਹਦਾ ਨਾਚ ਦੇਖਿਆ ਜੀ, ਮੋਹਰਾਂ ਦਾ। ਹਾਂਜੀ, ਮਹਾਰਾਜੇ ਨੇ ਨਾਚ ਦੇਖਿਆ ਤੇ ਮਹਾਰਾਜਾ ਹੀ ਫੈਲ ਇਨ ਲਵ ਵਿਦ ਹਰ। ਮਹਾਰਾਜੇ ਨੇ ਕਿਹਾ ਵੀ ਇਹਦੇ ਨਾਲ ਵਿਆਹ ਕਰਾਉਣਾ ਉੱਦਾਂ ਹੀ ਨਹੀਂ ਲਿਆ ਕੇ ਉੱਥੇ ਰਖੀਲ ਰੱਖ ਲੈਣੀ, ਵਿਆਹ ਕਰਾਉਣਾ। ਉਹ ਮਹਾਰਾਜੇ ਨੇ ਉਹਨੂੰ ਪ੍ਰਪੋਜ਼ ਕੀਤਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਲਏਂਗੀ। ਉਹਨੇ ਕਿਹਾ ਵੀ ਮੈਂ ਵਿਆਹ ਕਰਾ ਲਊਂਗੀ, ਇੱਕ ਸ਼ਰਤ ਆ ਮੇਰੀ, ਸ਼ਰਤ ਇਹ ਆ ਵੀ ਮੇਰੇ ਅੱਬਾ ਦੀ ਪ੍ਰਵਾਨਗੀ ਹੋਣੀ ਚਾਹੀਦੀ ਇਹਦੇ 'ਚ। ਮਹਾਰਾਜੇ ਨੇ ਕਿਹਾ ਓਕੇ। ਅੱਬਾ ਨੂੰ ਪੁੱਛਿਆ ਗਿਆ, ਅੱਬਾ ਐਗਰੀ, ਕਿਹੜਾ ਅਸੀਂ ਐਗਰੀ ਕਰਦੇ। ਉਹ ਤੋਂ ਬਾਅਦ ਮਹਾਰਾਜੇ ਦੀ ਲਾਹੌਰ ਦੇ ਉੱਤੋਂ ਬਹੁਤ ਵੱਡੀ ਬਰਾਤ ਚੱਲੀ, ਜਿਹਦੇ ਵਿੱਚ ਘੋੜੇ, ਹਾਥੀ, ਫੌਜਾਂ ਜਾ ਕੇ ਬਹੁਤ ਬੜੀ ਬਰਾਤ ਗਈ ਉੱਥੇ ਜਾ ਕੇ ਜੀ। ਫਿਰ ਵਿਆਹ ਹੋਇਆ, ਇੱਕ ਬੰਦੇ ਨੇ ਸਾਰਾ ਖਰਚਾ ਵਰਚਾ ਕੀਤਾ, ਇਹ ਨਹੀਂ ਵੀ ਜਾ ਕੇ। ਵਿਆਹ ਹੋਣ ਤੋਂ ਬਾਅਦ ਕੁਛ ਸੈਕਸ਼ਨ ਜਿਹੜਾ ਸਿੱਖਾਂ ਦਾ ਸੀ ਉਹ ਇਹਨੂੰ ਅਪਰੂਵ ਨਾ ਸੀ ਕਰਦਾ। ਉਹ ਕਹਿੰਦੇ ਸੀ ਜੀ ਇਹ ਤਾਂ ਮਹਾਰਾਜ ਨੇ ਬਹੁਤ ਗਲਤ ਕੀਤਾ ਕਿ ਮੁਸਲਮਾਨਾਂ ਨੇ ਨਾ ਵਿਆਹ ਕਰਾ ਲਿਆ ਮਹਾਰਾਜੇ ਨੇ, ਠੀਕ ਹੈ ਨਾ। ਉਹਨੇ ਜਾ ਕੇ ਮਹਾਰਾਜੇ ਨੂੰ, ਉਸ ਵੇਲੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਸੀ ਉਹ ਅਕਾਲੀ ਫੂਲਾ ਸਿੰਘ ਸੀ, ਉਹਨੇ ਮਹਾਰਾਜੇ ਨੂੰ ਤਲਬ ਕਰ ਲਿਆ ਉੱਥੇ ਵੀ ਤੁਸੀਂ ਵੀ ਆ ਕੇ ਪੇਸ਼ ਹੋ। ਕੋਰੜੇ ਵੀ ਸਜ਼ਾ ਦਿੱਤੀ ਗਈ ਜੀ ਵੀ ਮਹਾਰਾਜੇ ਦੇ ਕੋਰੜੇ ਮਾਰੇ ਜਾਣ। ਇਸ ਗੱਲ ਨੂੰ ਸਾਰੇ ਸਿੱਖ ਇਤਿਹਾਸ ਵਿੱਚ ਕਾਫੀ ਵਧਾ ਚੜਾ ਕੇ ਦੱਸਿਆ ਜਾਂਦਾ ਵੀ ਮਹਾਰਾਜ ਨੇ ਸ਼ਰਟ ਲਾਤੀ ਆਪਣੀ, ਉਹਨੇ ਕਿਹਾ ਮਾਰ ਲਓ ਜਾ ਕੇ ਜੀ, ਠੀਕ ਹੈ ਨਾ। ਐਨੀਵੇ ਮਾਰੇ ਤਾਂ ਨਹੀਂ ਗਏ, ਬਾਅਦ ਦੇ ਵਿੱਚ ਮਹਾਰਾਜ ਨੂੰ ਮਾਫ਼ ਕਰਦਾ। ਹੁਣ ਅੱਗੇ ਗੱਲ ਇਹ ਤੁਰਦੀ, ਉਦੋਂ ਅਗਲੀ ਗੱਲ ਨਹੀਂ ਦੱਸਦੇ ਹੈ ਜੀ। ਉਹ ਤੋਂ ਅਗਲੀ ਗੱਲ ਦੱਸਦੇ ਵੀ ਉਹ ਕਹਿੰਦੇ ਜੀ ਮਹਾਰਾਜ ਨੇ ਫਿਰ ਗਲਤੀ ਮੰਨ ਲਈ
ਫਿਰ ਕੀ ਮਹਾਰਾਜ ਨੇ ਤਲਾਕ ਦੇ ਦਿੱਤਾ ਉਹਨੂੰ? ਕੀ ਮਹਾਰਾਜ ਨੇ ਫਿਰ ਛੱਡ ਦਿੱਤਾ ਉਹਨੂੰ ਜਾ ਕੇ? ਕੀ ਉਹਨੂੰ ਵਿਸਾਰ ਦਿੱਤਾ? ਨੋ, ਮਹਾਰਾਜਾ ਨੇ ਆਪਣੇ ਮਹਿਲਾਂ ਵਿੱਚ ਰੱਖੇ ਔਰ ਬੜੀ ਰਿਸਪੈਕਟਡ ਰਾਣੀ ਰਹੀ, ਬੜੀ ਉਹਦੀ ਇੱਜ਼ਤ ਸੀਗੀ। ਮਹਾਰਾਜ ਦੇ ਬੜੇ ਨੇਕ ਕੰਮ ਉਹਨੂੰ। ਨਹੀਂ ਉਸ ਤੋਂ ਬਾਅਦ ਹਾਂਜੀ ਮੈਂ ਤਾਂ ਇਹ ਵੀ ਸੁਣਿਆ, ਤੁਸੀਂ ਹਿਸਟਰੀ ਦੇ ਪ੍ਰੋਫੈਸਰ ਹੋ, ਤੁਹਾਨੂੰ ਜ਼ਿਆਦਾ ਪਤਾ ਹੋਊ ਕਿ ਮਹਾਰਾਜ ਨੇ ਹਾਥੀ ਤੇ ਬਿਠਾ ਕੇ ਬਾਜ਼ਾਰ 'ਚ ਗੇੜਾ ਦਿੱਤਾ। ਠੀਕ ਹੈ, ਇਹ ਤੋਂ ਬਿਨਾਂ ਮੈਂ ਹੋਰ ਦੱਸਦਾ ਜੀ। ਔਰ ਉਹ ਫਿਰ ਉਹਦਾ ਨਾਂ ਜੀ ਮਾਈ ਮੋਰਾ ਪਿਆ, ਬੜੀ ਰਿਸਪੈਕਟਡ ਸੀ। ਮੋਰਾ ਸਰਕਾਰ ਦੇ ਨਾਂ 'ਤੇ ਹੋ ਗਈ ਔਰ ਫਿਰ ਹੁਣ ਮਹਾਰਾਜ ਨੂੰ ਕਿਹਾ ਜੀ ਵੀ ਮੈਂ ਇੱਕ ਮਸਜਿਦ ਬਣਾਉਣਾ ਚਾਹੁੰਦੀ ਆਪਣੀ। ਮਹਾਰਾਜ ਨੇ ਫਿਰ ਉਹਦੇ ਲਈ ਮਸਜਿਦ ਬਣਾ ਕੇ ਦਿੱਤੀ। ਮੇਰਾ ਖਿਆਲ ਲਾਹੌਰ ਦੇ ਪਾਪੜ ਬਾਜ਼ਾਰ ਦੇ ਵਿੱਚ ਅਜੇ ਵੀ ਹੈਗੀ ਉਹ ਮਸਜਿਦ, ਲਾਹੌਰ ਵਾਲਿਆਂ ਨੂੰ ਪਤਾ ਹੋਣਾ। ਖੈਰ ਉਹ ਮੇਰਾ ਕਹਿਣ ਤੋਂ ਮਤਲਬ ਹੈ ਉਹ ਰਾਜਾ ਜਿਹਨੂੰ ਤੁਸੀਂ ਕਹਿੰਦੇ ਆ ਸੈਕੂਲਰਿਜ਼ਮ ਦਾ, ਉਹਦਾ ਇਹ ਹਾਲ ਸੀਗਾ। ਫਿਰ ਇੱਕ ਵਾਰ ਛੋਟੀ ਜਿਹੀ ਹੋਰ ਮਿਸਾਲ ਦਿੰਦਾ ਜੀ। ਇੱਕ ਵਾਰ ਮਹਾਰਾਜੇ ਦੇ ਕੋਲ ਫਿਰ ਕੁਛ ਸਿੱਖ ਆ ਗਏ ਜਾ ਕੇ ਜੀ ਵੀ ਇਹ ਸਵੇਰ ਨੂੰ ਮੁਸਲਮਾਨ ਬਾਂਗ ਦਿੰਦੇ ਆ ਨਵਾਜ਼ ਦੀ, ਜਾ ਕੇ ਇਹ ਗਲਤ ਗੱਲ ਆ, ਸਾਡਾ ਸਿੱਖਾਂ ਦਾ ਰਾਜ, ਇਹ ਕੀ ਕਰਦੇ ਆ? ਮਹਾਰਾਜ ਪੇ ਬੰਦ ਕਰੋ। ਮਹਾਰਾਜ ਨੇ ਕਿਹਾ ਵੀ ਚੰਗਾ ਬੰਦ ਕਰ ਦਿੰਦੇ ਆ, ਵੀ ਆਪਾਂ ਇੱਦਾਂ ਕਰਦੇ ਹਾਂ, ਤੁਸੀਂ ਫਿਰ ਇੱਦਾਂ ਕਰੋ, ਲਾਹੌਰ ਦੇ ਵਿੱਚ ਜਿੰਨੇ ਵੀ ਮੁਸਲਮਾਨ ਹੈਗੇ ਉਹ ਸਾਰਿਆਂ ਨੂੰ ਸਵੇਰ ਨੂੰ ਜਾ ਕੇ ਉਹਨਾਂ ਦੇ ਘਰ ਵਿੱਚ ਕਿਹਾ ਕਰੋ ਵੀ ਨਮਾਜ਼ ਦਾ ਟਾਈਮ ਹੋ ਗਿਆ, ਹੁਣ ਉੱਠੋ ਤਾਂ ਨਮਾਜ਼ ਪੜ੍ਹੋ। ਹੁਣ ਨਮਾਜ਼ ਤਾਂ ਨਹੀਂ ਬੰਦ ਕਰ ਸਕਦੇ, ਕਹਿੰਦੇ ਆਪਾਂ ਉਹਨਾਂ ਦੀ ਹੁਣ ਉਹਨਾਂ ਨੂੰ ਦੱਸਣਾ ਤਾਂ ਪਊਗਾ ਵੀ ਨਮਾਜ਼ ਦਾ ਟਾਈਮ ਹੋ ਗਿਆ। ਇਸ ਕਰਕੇ ਇਹ ਡਿਊਟੀ ਤੁਸੀਂ ਲੈ ਲਓ ਵੀ ਹਰ ਮੁਸਲਮਾਨ ਦੇ ਘਰ ਵਿੱਚ ਜਾ ਕੇ ਸਵੇਰ ਨੂੰ ਤੁਸੀਂ ਉਹਨਾਂ ਨੂੰ ਜਗਾਓ ਜਾ ਕੇ ਵੀ ਨਮਾਜ਼ ਦਾ ਟਾਈਮ ਹੋ ਗਿਆ, ਜਾ ਕੇ ਨਮਾਜ਼ ਨਹੀਂ ਮੈਂ ਬੰਦ ਕਰ ਸਕਦਾ। ਠੀਕ ਹੈ ਨਾ ਜੀ। ਔਰ ਨਵਾਜ਼ ਨਹੀਂ ਪਾਉਂਦੇ, ਉਹ ਕਹਿੰਦੇ ਨਹੀਂ ਜੀ ਆਹ ਤਾਂ ਔਖਾ ਕੰਮ ਹੈ, ਇਹ ਤਾਂ ਨਹੀਂ ਸਾਡੇ ਤੋਂ ਹੋਣਾ ਚਾਹੀਦਾ। ਸੋ ਇਹ ਮੇਰਾ ਦੱਸਣ ਤੋਂ ਇਹ ਗੱਲਾਂ ਸਿਰਫ ਇਹ ਆ ਵੀ ਇਸ ਕਿਸਮ ਦਾ ਉਹ ਰਾਜ ਸੀਗਾ ਜਾ ਕੇ। ਅੱਛਾ, ਗੋਇੰਗ ਬੈਕ ਟੂ ਜਿਹੜਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸੀ, ਉਸ ਤੋਂ ਬਾਅਦ ਕੀ ਹੋਣਾ ਸ਼ੁਰੂ? ਚਲੋ ਉੱਥੇ ਆ ਜਾਂਦੇ ਫਿਰ ਜਾ ਕੇ। ਅਜੇ ਮੈਂ ਥੋੜ੍ਹਾ ਜਿਹਾ ਹੋਰ ਕਰਨਾ ਚਾਹੁੰਦਾ ਸੀ ਪਰ ਕੋਈ ਨਹੀਂ, ਤੁਸੀਂ ਮੇਰਾ ਖਿਆਲ ਫਿਰ ਉਹ ਗੱਲ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਚਲੀ ਜਾਣੀ। ਨਹੀਂ ਉਹ ਤਾਂ ਫੇਰ ਕਹਿਣਾ ਸਿਰਫ ਚਲੋ ਛੱਡੋ, ਐਨੀਵੇ ਅੱਗੇ ਆ ਜਾਂਦੇ। ਬਸ ਸੁਣਾਓ ਜਿਹੜੀ ਅੱਛਾ ਚਲੋ ਕੋਈ ਨਹੀਂ, ਦਿਲਚਸਪ ਨੇ ਗੱਲ। ਅੱਛਾ ਉਹਦੇ ਨਾਲ ਕੀ ਹੋਇਆ ਮੈਂ ਤੁਹਾਨੂੰ ਦੱਸਦਾ। ਬਾਕੀ ਤੁਸੀਂ ਉੱਦਾਂ ਵੀ ਤੁਸੀਂ ਦੇਖੋ ਸਾਹਿਬ, ਹਿਊਮਨ ਰਾਈਟਸ ਦੀ ਜੇ ਗੱਲ ਕਰੋ, ਤੁਸੀਂ ਅੱਜ ਕੱਲ੍ਹ ਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਸਾਰੇ ਰਾਜ ਦੇ ਵਿੱਚ ਇੱਕ ਵੀ ਫਾਂਸੀ ਨਹੀਂ ਲੱਗੀ। ਅੱਜ ਦੁਨੀਆ ਵਿੱਚ ਰੌਲਾ ਇਹ ਪੈ ਰਿਹਾ ਵੀ ਜਿਹੜਾ ਕਿਸੇ ਇਨਸਾਨ ਦਾ ਇਨਸਾਨ ਨੂੰ ਮਾਰਨਾ, ਚਾਹੇ ਲਾਅ ਦੇ ਨਾਲ ਵੀ ਮਾਰਨਾ, ਉਹ ਬੰਦ ਕੀਤਾ ਜਾਵੇ। ਗੌਰਮੈਂਟਾਂ ਨੂੰ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੀ ਜਾਨ ਲੈ ਲੈਣ। ਮਹਾਰਾਜ ਨੇ ਉਸੇ ਵੇਲੇ ਬੰਦ ਕੀਤੀ ਸੀ ਵੀ ਫਾਂਸੀ ਨਹੀਂ ਹੋ ਸਕਦੀ ਮੇਰੇ ਰਾਜ ਦੇ ਵਿੱਚ। ਤੇ ਸਾਹਿਬ ਫਾਂਸੀ ਦੀ ਦੇਖੋ ਪਹਿਲਾਂ ਸਜ਼ਾਵਾਂ ਹੁੰਦੀਆਂ ਸੀ ਇੱਦਾਂ ਦੀ, ਫਾਂਸੀ ਤਾਂ ਚਾਹੇ ਨਹੀਂ ਸੀਗੀ, ਆਈ ਫॉर ਆਈ ਸੀ, ਫਾਂਸੀ ਤਾਂ ਨਹੀਂ ਸੀ, ਇੱਦਾਂ ਸੀਗੇ ਮਾਰਦੇ ਸੀ, ਗਲ ਕੱਟਦੇ ਸੀਗੇ, ਚੀਰਦੇ ਸੀ, ਹੱਥ ਬੰਨ ਕੇ ਹੇਠਾਂ ਹਾਥੀਆਂ ਦੇ ਮੂਹਰੇ ਸਿੱਟਦੇ ਸੀ, ਹਾਥੀ ਫਿਰ ਉਹਦੇ ਉੱਪਰ ਰੱਖ ਕੇ ਉਹਨੂੰ ਮਾਰਦੇ ਸੀ। ਫਾਂਸੀ ਮੇਰਾ ਖਿਆਲ ਇੰਡੀਆ ਦੇ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਨੇ ਲਿਆਂਦੀ ਹੈ 1775 ਦੇ ਵਿੱਚ। ਇੱਕ ਬੰਦੇ ਨੂੰ ਫਾਂਸੀ ਦਿੱਤੀ ਗਈ ਹੈ ਵਾਰਨ ਹੇਸਟਿੰਗ ਦੇ ਟਾਈਮ ਦੇ ਵਿੱਚ। ਪਹਿਲਾਂ ਫਾਂਸੀ ਨਹੀਂ ਸੀ, ਹੋਰ ਤਰ੍ਹਾਂ ਮਾਰਦੇ ਹੁੰਦੇ ਸੀ, ਪਰ ਮਹਾਰਾਜ ਦੇ ਟਾਈਮ ਵਿੱਚ ਇਹ ਕੁਛ ਨਹੀਂ ਹੋਇਆ ਜਾ ਕੇ। ਉਹ ਜਿਹੜਾ ਹੈਗਾ ਕਿਸੇ ਬੰਦੇ ਨੂੰ ਕੋਈ ਫਾਂਸੀ ਨਹੀਂ ਦਿੱਤੀ। ਫਿਰ ਹਰ ਬੰਦੇ ਨੂੰ ਅਧਿਕਾਰ ਸੀ ਵੀ ਮਹਾਰਾਜੇ ਦੇ ਦਰਬਾਰ ਦੇ ਵਿੱਚ ਸਿੱਧਾ ਆ ਕੇ ਉਹਦਾ ਕੋਈ ਸ਼ਿਕਾਇਤ ਕਰ ਸਕਦਾ, ਸਿੱਧਾ ਸ਼ਿਕਾਇਤ ਕਰ ਸਕਦਾ, ਪੇਸ਼ ਹੋ ਕੇ ਮੇਰੀ ਆ ਸ਼ਿਕਾਇਤ ਹੈ। ਖੈਰ ਚਲੋ, ਅਸੀਂ ਗੱਲਬਾਤ ਕਰ ਰਹੇ ਸਾਂ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਦੱਸ ਰਹੇ ਸੀ ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਜ਼ਾਰਿਆਂ ਨੂੰ ਜ਼ਮੀਨ ਦਵਾ ਦਿੱਤੀ ਔਰ ਜਗੀਰਦਾਰੀ ਸਿਸਟਮ ਨੂੰ ਜਿਹੜਾ ਖੇਰੂ ਕਰ ਦਿੱਤਾ, ਜ਼ਮੀਨ ਹਲਵਾਹਕ ਦੀ ਹੋ ਗਈ। ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਕਰਨ ਤੱਕ ਜਾਂ ਮਿਸਲਾਂ ਤੱਕ ਦਾ ਸਮਾਂ ਇੱਕ ਬਹੁਤ ਕਠਿਨ ਸਮਾਂ ਸੀ ਪੰਜਾਬ ਦੇ ਲੋਕਾਂ ਲਈ, ਸਿੱਖਾਂ ਲਈ ਖਾਸ ਤੌਰ ਦੇ ਉੱਤੇ। ਹਿਸਟਰੀ ਦੇ ਪੰਨਿਆਂ ਦੇ ਵਿੱਚ ਉਹਨਾਂ ਪੰਨਿਆਂ ਨੂੰ ਟਟੋਲਣ ਲਈ ਅੱਜ ਫਿਰ ਸਾਹਿਬ ਅਗਲੀ ਗੱਲਬਾਤ ਕਰਨਗੇ। ਫਿਰ ਸਾਹਿਬ ਜੀ। ਹਾਂਜੀ ਤਿੰਨ ਸਾਹਿਬ, ਪਹਿਲਾਂ ਤਾਂ ਜਿਸ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ ਗੱਲ ਬਹੁਤ ਘੱਟ ਕੀਤੀ ਗਈ ਹੈ। ਸਿੱਖ ਗੁਰੂ ਸਾਹਿਬਾਨ ਬਾਰੇ ਵੀ ਕਾਫੀ ਜਾਣਕਾਰੀ ਲੋਕਾਂ ਕੋਲ ਹੈਗੀ ਆ, ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਕਾਫੀ ਜਾਣਕਾਰੀ ਹੈਗੀ ਆ, ਬੰਦੇ ਬਹਾਦਰ ਬਾਰੇ ਵੀ ਜਾਣਕਾਰੀ ਹੈਗੀ। ਪਰ ਇਹ ਜਿਹੜਾ ਪੀਰੀਅਡ ਆ 1716 ਤੋਂ ਲੈ ਕੇ ਤਕਰੀਬਨ 1768-69 ਤੱਕ, ਜਦ ਤੱਕ ਮਿਸਰਾਂ ਦਾ ਪੂਰਾ ਰਾਜ ਹੋ ਜਾਂਦਾ, ਉਹਦੇ ਬਾਰੇ ਇਨਫੋਰਮੇਸ਼ਨ ਬਹੁਤ ਘੱਟ ਆ। ਉਹਦੀ ਆਪਾਂ ਗੱਲ ਕਰਾਂਗੇ। ਇੱਕ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਕਲੀਅਰ ਕਰ ਦੇਵਾਂ ਜੀ ਵੀ ਇਹ ਖਿਆਲ ਦੇ ਵਿੱਚ ਰੱਖ ਲੈਣੀ ਚਾਹੀਦੀ ਆ ਵੀ ਜਿਹੜੀ ਗੱਲ ਅਸੀਂ ਇਹ ਕਰਨੀ ਆ, ਇਹ ਸਿੱਖ ਮੁਸਲਮਾਨਾਂ ਦੀ ਲੜਾਈ ਨਹੀਂ ਸੀ ਹੈ, ਜਿਹਨੂੰ ਕਿ ਇਹ ਸਿੱਖਾਂ ਤੇ ਮੁਸਲਮਾਨਾਂ ਦੀ ਲੜਾਈ ਨਹੀਂ ਸੀ ਹੈ, ਇਹ ਰਾਜ ਸਥਾਪਿਤ ਕਰਨ ਦੀ ਲੜਾਈ ਸੀ, ਰਾਜ ਕਾਇਮ ਕਰਨ ਦੀ ਗੱਲ। ਹੁਣ ਕਿੱਦਾਂ? ਹੁਣ ਬੰਦੇ ਬਹਾਦਰ ਦਾ ਡਾਕਟਰ ਗੰਡਾਸੂ ਨੇ ਵੀ ਮੇਰਾ ਖਿਆਲ ਲਿਖਿਆ ਕਿ ਬੰਦਾ ਵਾਜ਼ ਦੀ ਫਸਟ ਅਮੰਗ ਦੀ ਸਿੱਖਸ ਹੂ ਥਾਟ ਆਫ ਐਸਟੈਬਲਿਸ਼ਿੰਗ ਏ ਪੋਲੀਟੀਕਲ ਰਾਜ। ਬੰਦਾ ਸਿੱਖਾਂ ਵਿੱਚ ਪਹਿਲਾ ਬੰਦਾ ਸੀ ਜਿਹਨੇ ਇਹ ਸੋਚਿਆ ਵੀ ਇੱਥੇ ਆਪਣਾ ਰਾਜ ਕਾਇਮ ਹੋ ਸਕਦਾ। ਠੀਕ ਹੈ ਨਾ। ਔਰ ਬੰਦੇ ਬਹਾਦਰ ਦੀਆਂ ਜਿੱਤਾਂ ਨੇ ਪੰਜਾਬੀ ਲੋਕਾਂ ਨੂੰ ਇਹ ਦੱਸ ਦਿੱਤਾ ਵੀ ਇਹ ਹੋ ਸਕਦਾ, ਪੋਸੀਬਿਲਿਟੀ ਹੈਗੀ ਆ। ਕਿਉਂਕਿ ਇੱਕ ਵਾਰ ਸਾਨੂੰ ਆਪਾਂ ਦੇਖਿਆ ਸੀ ਵੀ ਇੱਕ ਵਾਰ ਜਿਹੜਾ ਸੀਗਾ ਉਹ ਤਾਂ ਉਸ ਵੇਲੇ ਜਮਨਾ ਤੋਂ ਲੈ ਕੇ ਰਾਵੀ ਤੱਕ ਦਾ ਸਾਰਾ ਇਲਾਕਾ ਆਜ਼ਾਦ ਹੋ ਗਿਆ ਸੀਗਾ।
ਸੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੋਸੀਬਲ ਹੈਗਾ, ਇਹ ਪੋਸੀਬਿਲਿਟੀ ਹੋ ਸਕਦੀ ਹੈ। ਸੋ ਫਿਰ ਇਹ ਪੰਜਾਬੀ ਲੋਕਾਂ ਨੇ ਸਾਂਝੇ ਤੌਰ 'ਤੇ ਇੱਕ ਲੜਾਈ ਲੜੀ ਆ, ਜਿਹਦੇ ਵਿੱਚ ਲੈਡ ਬਾਈ ਦੀ ਸਿੱਖਸ। ਉਹਦੀ ਜਿਹੜੀ ਸਰਦਾਰੀ ਸੀ ਉਹ ਸਿੱਖ ਮਿਸਲਾਂ ਦੇ ਹੱਥ ਵਿੱਚ ਰਹੀ, ਪਰ ਉਹ ਮੂਵਮੈਂਟ ਜਿਹੜੀ ਸੀ ਉਹ ਪੰਜਾਬ ਦੇ ਸਾਰਿਆਂ ਲੋਕਾਂ ਨੇ ਲੜੀ। ਇਹ ਆਪਾਂ ਗੱਲ ਕਰਾਂਗੇ ਹੁਣ ਜਾ ਕੇ। ਹੁਣ 1716 ਤੇ ਆ ਗਿਆ। 1716 ਵਿੱਚ ਬੰਦਾ ਬਹਾਦਰ ਦੀ ਡੈਥ ਹੋ ਗਈ, ਸ਼ਹਾਦਤ ਹੋ ਗਈ। ਉਹ ਤੋਂ ਬਾਅਦ ਫਿਰ ਬਹੁਤ ਔਖਾ ਸਮਾਂ ਆਇਆ ਜੀ, ਬਹੁਤ ਸਿੱਖਾਂ ਤੇ ਜ਼ੁਲਮ ਹੋਇਆ, ਮਾਰੇ ਗਏ। ਜਦੋਂ ਸਿੱਖ ਜੰਗਲਾਂ ਚਲੇ ਗਏ, ਜਦ ਸਿੱਖ ਜੰਗਲਾਂ ਦੇ ਵਿੱਚ ਗੁਰੀਲਾ ਯੁੱਧ ਲੜਨ, ਜੰਗਲਾਂ ਦੇ ਵਿੱਚ ਤਾਂ ਬਹੁਤ ਵਾਰ ਗਏ ਆ, ਜਦ ਪਹਿਲੀ ਵਾਰ ਚਲੇ ਗਏ। ਉਹਦੇ ਵਿੱਚ ਉਹ ਤੋਂ ਬਾਅਦ ਇਹ ਫਰਖਸ਼ਾਰ ਦੇ ਸਾਰੇ ਟਾਈਮ ਦੇ ਵਿੱਚ ਇਹ ਚੱਲਦਾ ਗਿਆ। ਜੋ ਦਿੱਲੀ ਦਾ ਬਾਦਸ਼ਾਹ ਉਹ ਸੀ, ਫਿਰ ਦਿੱਲੀ ਦੇ ਬਾਦਸ਼ਾਹ ਜਾਂ ਉਹ ਫਰਖਸ਼ਾਰ ਨੂੰ ਲਾਤਾ ਕਿਸੇ, ਉਹ ਬਹਾਦਰ ਸ਼ਾਹ ਬਣ ਗਿਆ। ਉਸ ਵੇਲੇ ਫਿਰ ਥੋੜ੍ਹਾ ਜਿਹਾ ਨਰਮ ਹੋ ਗਿਆ ਕੰਮ। ਉਸ ਵੇਲੇ ਨਰਮ ਹੋ ਗਿਆ। ਇਹ ਤਾਂ ਹੋ ਗਿਆ ਜਿਸ ਵੇਲੇ ਨਰਮ ਹੋ ਗਿਆ ਤਾਂ ਫਿਰ ਸਿੱਖਾਂ ਨੇ ਫਿਰ ਇਕੱਠੇ ਹੋਣ ਸੀ, ਅੰਮ੍ਰਿਤਸਰ ਆ ਗਏ, ਫਿਰ ਇਕੱਠੇ ਹੋ ਗਏ। ਹੁਣ ਇੱਕ ਉੱਥੇ ਹੋਰ ਪ੍ਰੋਬਲਮ ਪੈ ਗਈ ਸੀ। ਉਹ ਪ੍ਰੋਬਲਮ ਇਹ ਪੈ ਗਈ ਸੀ ਵੀ ਸਿੱਖ ਵੀ ਜਿਹੜੇ ਹੈਗੇ ਆ, ਦੋ 'ਚ ਵੰਡੇ ਗਏ ਸੀ, ਦੋ ਬੰਦਈ ਸਿੱਖ ਤੇ ਤੱਤ ਖਾਲਸਾ ਵਾਲੇ ਸਿੱਖ। ਕੁਛ ਸਿੱਖ ਸੀਗੇ ਜਿਹੜੇ ਪੱਕੇ ਤੌਰ 'ਤੇ ਬੰਦੇ ਨੂੰ ਹੀ ਫੋਲੋ ਕਰਦੇ ਸੀ। ਉਹ ਕਹਿੰਦੇ ਸੀ ਵੀ ਨਹੀਂ ਜੀ, ਜੋ ਬੰਦੇ ਨੇ ਕੀਤਾ ਉਹੀ ਸਹੀ ਆ। ਉਹਨਾਂ ਨੂੰ ਬੰਦਈ ਸਿੱਖ ਕਹਿੰਦੇ ਸੀਗੇ। ਹੁਣ ਬੰਦੇ ਬਹਾਦਰ ਨੇ ਕੁਛ ਤਬਦੀਲੀਆਂ ਕਰ ਦਿੱਤੀਆਂ ਸੀ ਜਿਹਨੂੰ ਕਿ ਉਹ ਫੋਲੋ ਕਰਦੇ ਸੀ। ਜਿਵੇਂ ਹੁਣ ਜਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਸੀਗਾ, ਉਹਨੂੰ ਫਤਿਹ ਦਰਸ਼ਨ ਕਰ ਦਿੱਤਾ ਪਏ, ਨਹੀਂ ਵੀ ਵਾਰ ਕਰਾਈ ਸਾਡੀ ਜੰਗ ਦਾ ਜਿਹੜਾ ਨਾਰਾ ਫਤਿਹ ਦਰਸ਼ਨ ਹੈ ਜਾਂ ਫਤਿਹ ਧਰਮ, ਦੋਹਾਂ 'ਚ ਉਹ ਬਦਲਿਆ। ਇੱਕ ਫਿਰ ਉਹਨੇ ਕਰ ਦਿੱਤਾ ਨੀਲੇ ਵਸਤਰਾਂ ਦੀ ਜਗ੍ਹਾ ਉਹਨੇ ਕਿਹਾ ਲਾਲ ਵਸਤਰ ਪਾਓ। ਅੱਛਾ, ਉਹ ਚੇਂਜ ਕਰ ਦਿੱਤੀ ਆ। ਕਈ ਇਹ ਕਹਿੰਦੇ ਆ ਵੀ ਉਹਨੂੰ ਆਪਣੇ ਆਪ ਨੂੰ ਗੁਰੂ ਵੀ ਡਿਕਲੇਅਰ ਕੀਤਾ, ਪਰ ਮੇਰੀ ਨੌਲੇਜ ਹੈ ਨਹੀਂ, ਮੇਰੇ ਨੌਲੇਜ ਇਹ ਹੈ ਨਹੀਂ। ਪਰ ਖੈਰ ਇਹ ਨਹੀਂ ਵੇ, ਕੁਛ ਬੰਦੇ, ਕੁਛ ਕਿਆ ਬਹੁਤ ਵੱਡੀ ਗਿਣਤੀ 'ਚ ਇਹ ਬੰਦੇ ਸੀਗੇ ਜਿਹੜੇ ਬੰਦੇ ਬਹਾਦਰ ਨੂੰ ਫੋਲੋ ਕਰਕੇ ਕਰਦੇ ਸੀਗੇ। ਸਿੱਖੀਜ਼ਮ ਦਾ ਫਾੜ ਹੋ ਗਿਆ ਜੀ। ਅੰਮ੍ਰਿਤਸਰ ਫਿਰ ਇਕੱਠੇ ਹੋਏ ਤੇ ਫਿਰ ਭਾਈ ਮਾਨੀ ਸਿੰਘ ਦੀ ਡਿਊਟੀ ਲੱਗੀ ਪਈ ਜਾ ਕੇ ਇਹਨਾਂ ਨੂੰ ਇਕੱਠੇ ਕਰੋ, ਤੁਸੀਂ ਗੁਰਮਤਾ ਕਰੋ। ਹਾਂ ਇਕੱਠੇ ਕਰੋ, ਗੁਰਮਤਾ ਕਰਕੇ ਇਹਨਾਂ ਨੂੰ ਇਕੱਠੇ ਕਰੋ ਜਿੱਦਾਂ ਵੀ ਹੈਗੇ। ਉਹਨੇ ਫਿਰ ਜਾ ਕੇ ਉਹਨਾਂ ਨੂੰ ਜਾ ਕੇ ਜੀ ਉੱਥੇ ਇਕੱਠੇ ਕੀਤੇ। ਇਕੱਠੇ ਕਰਕੇ ਉਹਨੇ ਇਹ ਕਿਹਾ ਵੀ ਸਾਰੇ ਵੀ ਤੁਸੀਂ ਇੱਕ ਹੋਵੋ ਜਾ ਕੇ, ਔਖਾ ਸਮਾਂ ਆਇਆ, ਔਖੇ ਸਮੇਂ ਦੇ ਵਿੱਚ ਇੱਦਾਂ ਨਹੀਂ ਹੋਣੀ ਜਾ ਕੇ ਅੱਧੇ ਉੱਧਰ ਤਾਂ ਅੱਧੇ ਉੱਧਰ ਜਾ ਕੇ। ਅੱਛਾ, ਦੋਨੋਂ ਪਾਸੇ ਮੰਨਣ ਨੂੰ ਤਿਆਰ ਨਾ ਸੀ ਹੈ ਜਾ ਕੇ। ਉਹਨਾਂ ਦੀ ਵੀ ਗਿਣਤੀ ਕਾਫੀ ਸੀਗੀ ਜਾ ਕੇ, ਬੰਦੇ ਸੀ ਕਾਫੀ ਗਿਣਤੀ ਸੀ। ਫਿਰ ਇਹ ਫੈਸਲਾ ਹੋਇਆ ਵੀ ਚਲੋ ਐਂ ਕਰਦੇ ਆ ਜੀ ਵੀ ਇੱਥੇ ਪਰਚੀ ਪਾ ਦਿੰਦੇ ਆ, ਹਰ ਪੌੜੀ ਦੇ ਸਾਹਮਣੇ ਪਰਚੀ ਪਾ ਦਿੰਦੇ। ਇੱਕ ਪਰਚੀ ਤੇ ਲਿਖ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ, ਇੱਕ ਪਰਚੀ ਤੇ ਲਿਖ ਦਿੰਦੇ ਆ ਜਾ ਕੇ ਫਤਿਹ ਦਰਸ਼ਨ। ਜਿਹਦੀ ਪਰਚੀ ਪਹਿਲਾਂ ਨਿਕਲ ਆਊਗੀ ਉੱਪਰੋਂ, ਉਹ ਫਿਰ ਦੂਜੇ ਉਹਦੇ 'ਚ ਰਲ ਜਾਊਗੇ। ਦੋਨੋਂ ਪਾਸੇ ਐਗਰੀ ਕਰ ਗਏ। ਹੁਣ ਇਹ ਦੋਨੋਂ ਪਾਸਿਆਂ ਦਾ ਐਗਰੀ ਕਰਨਾ ਇਹ ਸ਼ੋਅ ਕਰਦਾ ਵੀ ਬੰਦਈਆਂ ਦੀ ਗਿਣਤੀ ਕਾਫੀ ਹੋਣੀ ਹੈ ਉਸ ਵੇਲੇ, ਕਿਉਂਕਿ ਨਹੀਂ ਤੱਤ ਖਾਲਸੇ ਵਾਲੇ ਨੇ ਲੋਟਰੀ ਦਾ ਜਿਹੜਾ ਅਨਸਰਟਨ ਲੋਟ ਹੈ ਉਹਦੇ ਲਈ ਮੰਨਣਾ ਨਹੀਂ ਸੀ ਉਹਨੀ, ਕਿਉਂਕਿ ਲੋਟਰੀ ਤਾਂ ਕਿਸੇ ਦੀ ਵੀ ਨਿਕਲ ਸਕਦੀ ਸੀ। ਠੀਕ ਹੈ, ਜਿਹੜਾ ਉਹ ਮੰਨ ਗਏ ਇਹਦਾ ਮਤਲਬ ਬੰਦਈਆਂ ਦੀ ਗਿਣਤੀ ਕਾਫੀ ਸੀ ਉਸ ਵੇਲੇ। ਉਹ ਜੇ ਪਰਚੀ ਪਾਈ, ਪਰਚੀ ਨਿਕਲ ਤੱਤ ਖਾਲਸੇ ਦੀ, ਵਾਹਿਗੁਰੂ ਜੀ ਕੇ ਖਾਲਸੇ ਦੀ। ਉਹ ਫਿਰ ਉਹਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਰਲੋ ਹੁਣ ਵਿੱਚ। ਕਾਫੀ ਗਿਣਤੀ ਰਲ ਗਿਆ ਕਿਉਂਕਿ ਉਹਨਾਂ ਦਾ ਸਿੱਖੀ 'ਚ ਪੂਰਾ ਵਿਸ਼ਵਾਸ ਸੀ। ਜਿਹੜੇ ਬੰਦਈ ਸਿੱਖ ਸੀ, ਸਿੱਖੀ 'ਚ ਪੂਰਾ ਵਿਸ਼ਵਾਸ ਸੀ ਉਹਨਾਂ ਦਾ। ਉਹ ਮੰਨ ਗਏ ਪਏ ਜਾ ਕੇ, ਕਿਉਂਕਿ ਵੀ ਇਹ ਹਰਿਮੰਦਰ ਸਾਹਿਬ ਦੇ ਵਿੱਚ ਪਰਚੀ ਪਈ ਇਹ ਠੀਕ ਹੈ। ਕੁਛ ਬੰਦੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਮੰਨਦੇ। ਅੱਛਾ, ਅਸੀਂ ਨਹੀਂ ਮੰਨਦੇ, ਸਾਰੇ ਨਹੀਂ ਮੰਨਦੇ। ਉਹ ਨਹੀਂ ਮੰਨਦੇ ਤਾਂ ਫਿਰ ਝਗੜਾ ਪੈ ਗਿਆ। ਫਿਰ ਸ਼ੁਰੂ ਇਹ ਹੋਇਆ ਵੀ ਤੁਸੀਂ ਇੱਦਾਂ ਕਰ ਲਓ ਵੀ ਇਹਨਾਂ ਦੀ ਘੋਲ ਕਰਾ ਲਓ, ਤੁਸੀਂ ਆਪਣਾ ਭਲਵਾਨ ਕੱਢੋ, ਤੁਸੀਂ ਆਪਣਾ ਭਲਵਾਨ ਕੱਢੋ। ਫਿਰ ਜਿਹੜਾ ਭਲਵਾਨ ਢਾਹ ਜਾਵੇ ਫਿਰ ਤੱਤ ਖਾਲਸੇ ਵਾਲੇ ਮੰਨ ਗਏ ਇਸ ਗੱਲ ਦੇ। ਫਿਰ ਤੱਤ ਖਾਲਸੇ ਵਾਲਿਆਂ ਨੇ ਕੱਢਿਆ ਜੀ ਮੀਰੀ ਸਿੰਘ ਨੂੰ, ਤੇ ਉਹਨੇ ਕੱਢਿਆ ਸੰਗਤ ਸਿੰਘ ਨੂੰ। ਉਹ ਸੰਗਤ ਸਿੰਘ ਸ਼ਾਇਦ ਲਾਹੌਰਾ ਸਿੰਘ ਦਾ ਮੁੰਡਾ ਸੀ, ਮੀਰੀ ਸਿੰਘ ਦੇ ਬਾਪ ਦਾ ਕਾਹਨ ਸਿੰਘ ਦਾ ਸ਼ਾਇਦ ਸੀ। ਅਕਾਲ ਤਖਤ ਦੇ ਸਾਹਮਣੇ ਜਿਹੜਾ ਜੀ ਖਾੜਾ ਪੱਟਿਆ ਗਿਆ। ਹੁਣ ਅਕਾਲ ਤਖਤ ਦੇ ਸਾਹਮਣੇ ਪਹਿਲਾਂ ਵੀ ਖਾੜਾ ਸੀ, ਗੁਰੂ ਹਰਗੋਬਿੰਦ ਦੇ ਟਾਈਮ ਤੋਂ ਤੁਰਿਆ ਆਉਂਦਾ ਸੀ ਉੱਥੇ ਜਾ ਕੇ, ਕਿਉਂਕਿ ਉਹ ਆਪ ਭਲਵਾਨ ਸੀਗੇ, ਕਰਦੇ ਹੁੰਦੇ ਸੀ, ਉਹ ਪੈਂਦੇ ਖਾਨਾ ਕੁਸ਼ਤੀ ਕਰਦੇ ਰਹਿੰਦੇ ਹੁੰਦੇ ਸੀ। ਐਨੀਵੇ ਉੱਥੇ ਹੋਇਆ ਜੀ, ਉਹਦੇ ਵਿੱਚ ਫੇਰ ਮੀਰੀ ਸਿੰਘ ਨੇ ਢਾਹ ਲਿਆ ਉਹਨੂੰ, ਤੱਤ ਖਾਲਸੇ ਦੇ ਭਲਵਾਨ ਨੇ ਢਾਹ ਲਿਆ ਬੰਦਈਆਂ ਦਾ ਭਲਵਾਨ। ਤਾਂ ਫਿਰ ਜਿਹੜੇ ਫਿਰ ਬਾਕੀ ਦੇ ਹੋਰ ਵੀ ਰਲ ਗਏ। ਫਿਰ ਕੁਛ ਬੰਦੇ ਰਹਿ ਗਏ ਜਿਹੜੇ ਫੇਰ ਵੀ ਨਾ ਮੰਨਣ। ਫਿਰ ਉਹ ਨਹੀਂ ਜਾ ਕੇ ਡਰਿਵਨ ਆਊਟ ਵਿਦ ਦੀ ਸੋਰਡ, ਫਿਰ ਕਿਰਪਾਨਾ ਮਾਰ ਕੇ ਕੁੱਟ ਵੱਢ ਕੇ ਬਾਹਰ ਕੱਢ ਦਿੱਤੇ ਉਹ, ਕਿਉਂਕਿ ਫਿਰ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਬਾਈ ਦਾ ਟਾਈਮ। ਫਿਰ ਯੂਨਿਟੀ ਹੋ ਗਈ ਜੀ। ਫਿਰ ਜਿਹੜਾ ਇਹ ਡਿਫਰੈਂਸ ਸੀਗੇ ਖਤਮ, ਬੰਦਈ ਸਿੱਖ ਖਤਮ ਹੋ ਗਿਆ ਜੀ। ਬੰਦਈ ਸਿੱਖ ਖਤਮ ਹੋਣਾ, ਤੱਤ ਖਾਲਸਾ ਫਿਰ ਇੰਟਰਨਲੀ ਔਰਗਨਾਈਜੇਸ਼ਨਲੀ ਕਾਇਮ ਹੋ ਗਿਆ ਜੀ। ਫਿਰ ਉਹਨੇ ਜਾ ਕੇ ਜੀ ਫਿਰ ਪੰਜਾਬ ਦੇ ਵਿੱਚ ਆਪਣੀ ਔਰਗਨਾਈਜੇਸ਼ਨ ਤਕੜੀ ਕਰਨੀ ਸ਼ੁਰੂ ਕਰਤੀ, ਹੋਰ ਕੀਤੀ ਜਾ ਕੇ। ਇਹ ਫਿਰ ਜਦ ਬਹੁਤ ਇਹਨਾਂ ਦੀ ਪਾਵਰ ਵੱਧ ਗਈ ਜੀ, ਤਾਂ ਫਿਰ ਦਿੱਲੀ ਸਰਕਾਰ ਨੇ ਕਿਹਾ ਵੀ ਜਿਹੜਾ ਅਬਦੁਲ ਸਮਦ ਖਾਂ ਆ ਇਹ ਬੁੱਢਾ ਹੋ ਗਿਆ, ਇਹ ਤੋਂ ਨਹੀਂ ਚੱਲਦਾ, ਇਹਦੀ ਜਗ੍ਹਾ ਤੇ ਇਹਦਾ ਯੰਗ ਮੁੰਡਾ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਓ ਤੁਸੀਂ। ਅੱਛਾ, ਹੁਣ ਖਾਨ ਬਹਾਦਰ ਜ਼ਕਰੀਆ ਖਾਨ ਬੜਾ ਯੋਧਾ ਸੀ ਤੇ ਇਹ ਬੰਦੇ ਬਹਾਦਰ ਨੂੰ ਗ੍ਰਿਫਤਾਰ ਕਰਕੇ ਉੱਥੇ ਦਿੱਲੀ ਲਿਜਾਣ ਵਾਲਾ ਇਹੀ ਸੀ। ਫਿਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਤਾ ਜੀ। ਫਿਰ ਜ਼ਕਰੀਆ ਖਾਨ ਨੇ ਫਿਰ ਬਹੁਤ ਜ਼ੁਲਮ ਕੀਤਾ ਜਾ ਕੇ।
ਹੁਣ ਉਸ ਵੇਲੇ ਕੀ ਹੋਇਆ ਥਿੰਦ ਸਾਹਿਬ, ਉਸ ਵੇਲੇ ਤਾਈਂ ਜਿਹੜੇ ਬੰਦੇ ਵੀ ਜ਼ੁਲਮ ਦੇ ਖਿਲਾਫ ਲੜਨ ਨੂੰ ਤਿਆਰ ਸੀਗੇ ਉਹ ਜਿਹੜੇ ਹੈਗੇ ਸਿੱਖ ਮਿਸਲਾਂ ਦੇ ਹੇਠਾਂ ਆਉਂਦੇ ਗਏ, ਵਿੱਚੇ ਮੁਸਲਮਾਨ ਵਿੱਚੇ ਹਿੰਦੂ, ਉਹ ਸਾਰੇ ਆਉਂਦੇ ਗਏ ਜਾ ਕੇ। ਇੱਕ ਮੈਂ ਪਹਿਲਾਂ ਇਹ ਕਲੀਅਰ ਕਰ ਦੇਵਾਂ ਵੀ ਜਿਹੜੇ ਮੁਸਲਮਾਨਾਂ ਦੇ ਮੁੰਡੇ ਸੀਗੇ ਬਾਗੀ ਹੁੰਦੇ ਸੀ ਉਹਨਾਂ ਨੂੰ ਵੀ ਉਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ ਜਿਹੜੀਆਂ ਸਿੱਖ ਬਾਗੀਆਂ ਨੂੰ ਦਿੱਤੇ ਜਾਂਦੇ ਸੀ, ਉਹ ਇਹ ਫਰਕ ਨਹੀਂ ਸੀ ਕਰਦੇ ਹੈ ਜਾ ਕੇ। ਸੋ ਜ਼ਕਰੀਆ ਖਾਨ ਮੁਸਲਮਾਨਾਂ ਨੂੰ ਵੀ ਤੰਗ ਕਰਦਾ, ਮੁਸਲਮਾਨਾਂ ਨੂੰ ਵੀ ਤੰਗ ਕਰਦਾ। ਉਹ ਮੁਸਲਮਾਨ ਜਿਹੜੇ ਮੁੰਡੇ ਉਹਨਾਂ ਦੇ ਨਾਲ ਰਲਦੇ ਸੀਗੇ ਉਹਨਾਂ ਦੇ ਨਾਲ ਇਹੀ ਹਾਲ ਹੁੰਦਾ ਸੀ। ਫਿਰ ਜ਼ਕਰੀਆ ਖਾਨ ਆਇਆ ਜੀ, ਬਹੁਤ ਜ਼ਕਰੀਆ ਖਾਨ ਨੇ ਬਹੁਤ ਜ਼ੁਲਮ ਕੀਤੇ ਪਰ ਮੂਵਮੈਂਟ ਨੂੰ ਦਬਾ ਨਾ ਸਕਿਆ, ਮੂਵਮੈਂਟ ਹੋਰ ਵੱਧਦੀ ਗਈ ਜੀ, ਕਿਉਂਕਿ ਮੂਵਮੈਂਟ ਨੇ ਟੇਸਟ ਕੀਤਾ ਸੀ ਬੰਦੇ ਬਹਾਦਰ ਦੇ ਟਾਈਮ ਵਿੱਚ ਵੀ ਹੋ ਸਕਦਾ ਰਾਜ ਅਸੀਂ ਕਾਇਮ ਕਰ ਲੈਣਾ ਇੱਥੇ। ਉਹ ਜਿਸ ਵੇਲੇ ਆਏ ਜੀ ਫਿਰ ਜ਼ਕਰੀਆ ਖਾਨ ਨੇ ਕੀਤਾ। ਅੱਛਾ, ਉਹ ਰੌਲਾ ਜ਼ਕਰੀਆ ਖਾਨ ਦਾ ਉਸ ਵੇਲੇ ਸਿੱਖ ਰੌਲਾ ਨਹੀਂ ਹੈ, ਇਹ ਨਹੀਂ ਸੀ ਵੀ ਸਿੱਖੀ ਵੱਧਦੀ ਜਾਂਦੀ ਹੈ, ਟੈਕਸ ਦਾ ਰੌਲਾ ਸੀ, ਉਹਦਾ ਰੌਲਾ ਲਾਅ ਐਂਡ ਆਰਡਰ ਦਾ ਸੀ ਸਾਰਾ ਜੀ। ਉਹ ਇਹ ਸਭ ਸਿੱਖ ਲੁੱਟਦੇ ਸੀ ਜੀ, ਇਹ ਮਿਸਲਾਂ ਲੁੱਟਦੀਆਂ ਸੀ। ਲੁੱਟਦੀਆਂ ਕਿਹਨੂੰ ਸੀ? ਬੜਿਆਂ ਜਗੀਰਦਾਰਾਂ ਨੂੰ ਵੀ ਲੁੱਟਦੀਆਂ ਸੀ, ਸ਼ਾਹੀ ਖਜ਼ਾਨੇ ਲੁੱਟਦੀ ਸੀ ਕਿਉਂਕਿ ਉਹਨੂੰ ਪੈਸਿਆਂ ਦੀ ਲੋੜ ਸੀ। ਸ਼ਾਹੀ ਖਜ਼ਾਨੇ ਜਿੱਦਾਂ ਹੁਣ ਗਦਰ ਪਾਰਟੀ ਵਾਲਿਆਂ ਨੇ ਵੀ ਲੁੱਟੇ ਸ਼ਾਹੀ ਖਜ਼ਾਨੇ, ਇੱਦਾਂ ਹੀ ਉਹ ਲੁੱਟਦੇ ਸੀ। ਉਹ ਜਾਂ ਲੁੱਟਦੇ ਸੀ ਉਹਦੇ ਕੁਛ ਸ਼ਿਕਾਇਤਾਂ ਆਉਂਦੀਆਂ ਸੀ, ਉਹ ਫਿਰ ਫੌਜਾਂ ਭੇਜ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ। ਵਿੱਚੇ ਹੀ ਮੁਸਲਮਾਨਾਂ ਦੇ ਮੁੰਡੇ ਲੁੱਟਦੇ ਸੀਗੇ, ਵਿੱਚੇ ਹੀ ਆਪਣੇ ਬਾਕੀ ਲੁੱਟਦੇ ਸੀ, ਪਰ ਲੀਡਰਸ਼ਿਪ ਸਾਰੀ ਸਿੱਖਾਂ ਦੇ ਹੱਥ ਵਿੱਚ ਸੀਗੀ। ਫਿਰ 1731 ਦੇ ਵਿੱਚ ਆ ਕੇ ਜ਼ਕਰੀਆ ਖਾਨ ਨੇ ਉਹਨਾਂ ਨੂੰ ਕਿਹਾ ਵੀ ਐਂ ਕਰੋ, ਸੁਲ੍ਹਾ ਕਰ ਲੈਂਦੇ ਹਾਂ ਆਪਸ ਵਿੱਚ, ਤੁਸੀਂ ਰੌਲਾ ਗੋਲਾ ਬੰਦ ਕਰ ਦਿਓ, ਅਸੀਂ ਤੁਹਾਨੂੰ ਇੱਦਾਂ ਕਰ ਦਿੰਦੇ ਹਾਂ, ਇੱਕ ਜਗੀਰ ਦੇ ਦਿੰਦੇ ਹਾਂ ਜਿਹਦੀ ਆਮਦਨ ਲੱਖ ਰੁਪਈਆ ਹੋਊਗੀ ਸਾਲ ਦੀ, ਤੁਸੀਂ ਬਹਿ ਜਾਓ ਆਪਣੀ ਜਗੀਰ ਲੈ ਲਓ ਉੱਥੇ ਜਿਹਨੂੰ ਦੇਣੀ ਆ, ਬਾਕੀ ਖੇਤੀਬਾੜੀ ਕਰੋ ਤਾਂ ਰੌਲਾ ਨਾ ਪਾਓ, ਨਾਲੇ ਤੁਹਾਡੇ ਇੱਕ ਬੰਦੇ ਨੂੰ ਨਵਾਬ ਦਾ ਟਾਈਟਲ ਦੇ ਦਿੰਦੇ ਹਾਂ। ਅੱਛਾ, ਵੀ ਉਹਨੂੰ ਨਵਾਬ ਤੁਸੀਂ ਆ ਝਗੜਾ ਬੰਦ ਕਰ ਦਿਓ। ਉਹ ਕਹਿੰਦੇ ਠੀਕ ਹੈ ਜੀ। ਇਹ ਫੈਸਲਾ ਹੋ ਗਿਆ ਜੀ, ਨਵਾਬ ਦਾ ਟਾਈਟਲ ਕਪੂਰਥਲੇ ਨੂੰ ਦੇ ਦਿੱਤਾ ਗਿਆ ਜੀ। ਉਹ ਲੀਡਰ ਸੀ ਉਸ ਵੇਲੇ ਜਾ ਕੇ, ਤਾਂ ਇੱਕ 4 ਪਰਗਣਿਆਂ ਦੀ ਜ਼ਮੀਨ ਜਿਹੜੀ ਹੈ, ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹਨਾਂ ਨੂੰ ਦਿੱਤੀ ਗਈ, ਜਿਹਦੀ ਲੱਖ ਸੀਗਾ ਵੀ ਹੁਣ ਤੁਸੀਂ ਆਰਾਮ ਨਾਲ ਬੈਠੋ ਜੀ। ਅੱਛਾ, ਉਹ ਜਿਸ ਵੇਲੇ ਇਹ ਉਹਨਾਂ ਨੂੰ ਹੋ ਗਿਆ ਜਾ ਕੇ, ਉਹ ਨਵਾਬ ਦਾ ਟਾਈਟਲ ਵੀ ਮਿਲ ਗਿਆ, ਉਹ ਹੋ ਗਿਆ। ਉਹ ਸਿੱਖਾਂ ਨੇ ਉਸ ਵੇਲੇ ਸਮਝਿਆ ਵੀ ਇਹ ਹੁਣ ਟਾਈਮ ਹੈਗਾ ਆਰਗੇਨਾਈਜੇਸ਼ਨ ਨੂੰ ਤਕੜੇ ਕਰਨ ਦਾ। ਉਹ ਹੋਰ ਤਕੜਾ ਕਰਨ ਲੱਗ ਪਿਆ ਜੀ ਆ ਕੇ। ਉਹਨੇ ਆਪਣੇ ਕੀ ਆ ਦਲ ਖਾਲਸਾ ਬਣਾ ਦਿੱਤਾ ਜੀ। ਦਲ ਖਾਲਸਾ ਇਸੇ ਟਾਈਮ 'ਚ ਬਣਿਆ। ਦਲ ਖਾਲਸਾ ਬਣਾਤਾ, ਉਹਦੇ 2 ਵਿੰਗ ਬਣਾ ਲਏ, ਇੱਕ ਬੁੱਢਾ ਦਲ, ਇੱਕ ਤੁਰਣਾ ਦਲ ਬਣਾ ਲਿਆ। ਦਲ ਖਾਲਸੇ ਦੇ ਨੇ ਦੋਨੇ? ਹਾਂ, ਦਲ ਖਾਲਸੇ ਦੇ 2 ਆ, ਬੁੱਢਾ ਦਲ ਤੇ ਤੁਰਣਾ ਦਲ। ਤੁਰਣਾ ਦਲ ਜਿਹੜਾ ਸੀ ਉਹ ਨੌਜਵਾਨਾਂ ਦਾ ਹੁੰਦਾ ਸੀ, ਉਹਦਾ ਕੰਮ ਹੁੰਦਾ ਸੀ ਲੜਾਈ ਲਈ ਤਿਆਰ ਕਰਨਾ, ਆਪਣੇ ਆਪ ਨੂੰ ਕਰਨੀਆਂ, ਲੜਾਈ ਕਰਨੀ, ਸਿੱਖਣਾ, ਯੋਧੇ ਤਿਆਰ ਕਰਨੇ, ਭਰਤੀ ਕਰਨੀ ਪਿੰਡਾਂ ਵਿੱਚੋਂ। ਬੁੱਢਾ ਦਲ ਦਾ ਹੁੰਦਾ ਸੀ ਗੁਰਦੁਆਰਿਆਂ ਦੀ ਦੇਖਭਾਲ ਕਰਨੀ, ਪ੍ਰਚਾਰ ਕਰਨਾ ਤੇ ਮੁੰਡਿਆਂ ਨੂੰ ਤਿਆਰ ਕਰਨਾ। ਉਹ ਕਰਦੇ ਕਰਦੇ ਉਹ ਆਰਗੇਨਾਈਜੇਸ਼ਨ ਫਿਰ ਤਕੜੀ ਹੋ ਗਈ ਜੀ। ਉਹ ਜਦ ਤਕੜੀ ਹੋ ਗਈ ਆ ਕੇ ਤੇ ਉਹ ਜ਼ਕਰੀਆ ਖਾਨ ਨੇ ਤਾਂ ਕਿਹਾ ਵੀ ਇਹਦਾ ਕੋਈ ਫਾਇਦਾ ਨਾ ਹੋਇਆ, ਉਹਨੇ ਫਿਰ ਜਗੀਰ ਖੋਲੇ ਜੀ। ਹੁਣ ਕਹੇ ਤੁਹਾਡਾ ਟਾਈਟਲ ਟੂਟਲ ਵੀ ਕੋਈ ਨਹੀਂ ਹੈ ਤੁਹਾਡਾ, ਤਾਂ ਜਗੀਰ ਵੀ ਤੁਹਾਡੀ ਬਸ ਹੋ ਗਈ, ਤੇ ਇਹ ਨਹੀਂ ਹੋ ਗਿਆ। ਫਿਰ ਜ਼ਬਰ ਸ਼ੁਰੂ ਹੋ ਗਿਆ ਜੀ। ਫਿਰ ਉਹਨਾਂ 'ਤੇ ਜ਼ਬਰ ਹੁੰਦਾ ਗਿਆ ਜਾ ਕੇ ਜੀ। ਇਹ ਹੁੰਦਾ ਇਹ ਫਿਰ 1735-36 ਦੀ ਗੱਲ ਆ। ਫਿਰ ਅੱਗੇ ਆ ਜਾਂਦੇ ਆ ਜੀ। ਅੱਗੇ ਜਿਸ ਵੇਲੇ ਆਉਂਦੇ ਆ ਜੀ, ਤਾਂ ਉਸ ਵੇਲੇ ਫਿਰ ਇੱਕ ਹੋਰ ਮੁਸਲਮਾਨ ਸੀਗਾ ਜਾ ਕੇ ਜੀ, ਪੰਨਾ ਭੱਟੀ। ਉਸ ਨੇ ਤਰਥਲ ਮਚਾਇਆ ਸੀਗਾ ਰਾਵੀ ਔਰ ਜਿਹਨੂੰ ਜਿੱਥੇ ਆਪਾਂ ਹਜ਼ੂਰ ਸਾਹਿਬ ਆ, ਹਸਨ ਅਬਦਾਲ, ਇਹਦੇ ਵਿਚਾਲੇ ਦੇ ਸਾਰੇ ਇਲਾਕੇ ਦੇ ਵਿੱਚ ਉਹਨੇ ਬਹੁਤ ਜਿੱਦਾਂ ਕਹਿ ਲਓ ਉਦੋਂ ਮਚਾਇਆ ਸੀਗਾ ਉਹ ਮੁਸਲਮਾਨ। ਹਾਂਜੀ, ਉਹ ਫਿਰ ਤੁਸੀਂ ਦੇਖੋ ਇੱਥੇ ਜਿਹੜੀ ਚੀਜ਼ ਮੈਂ ਕਹਿਣਾ ਚਾਹੁੰਦਾ ਵੀ ਇਹ ਹਿੰਦੂ ਮੁਸਲਮਾਨਾਂ, ਸਿੱਖ ਮੁਸਲਮਾਨਾਂ ਦੀ ਲੜਾਈ ਨਹੀਂ ਹੈ, ਇਹ ਰਾਜ ਹਾਸਲ ਕਰਨ ਦੀ ਲੜਾਈ ਸੀ, ਰਾਜ ਸੱਤਾ ਹਾਸਲ ਕਰਨ ਦੀ। ਕਿੱਦਾਂ ਹੁਣ ਤੁਸੀਂ ਦੇਖੋ, ਉਹ ਜਿਹੜਾ ਭੱਟੀ ਸੀ, ਭੱਟੀ ਨੂੰ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਪੰਜਾਬੀ ਮੁਸਲਮਾਨ ਦਿੱਲੀ ਦਰਬਾਰ ਦੇ ਖਿਲਾਫ ਪਹਿਲਾਂ ਵੀ ਬਗਾਵਤਾਂ ਕਰਦਾ ਰਿਹਾ, ਪਹਿਲਾਂ ਵੀ ਕਰਦਾ ਰਿਹਾ। ਸਾਂਦਲ ਨੇ ਕੀਤੀ ਜਾ ਕੇ, ਤੇ ਉਹਦੇ ਫਰੀਦ ਨੇ ਕੀਤੀ, ਉਹਦੇ ਮੁੰਡੇ ਦੁੱਲਾ ਭੱਟੀ ਨੇ ਕੀਤੀ ਜਾ ਕੇ, ਉਸ ਵੇਲੇ ਵੀ ਬਗਾਵਤਾਂ ਕਰਦਾ ਹੈ। ਇਹ ਖਰਲ ਵੀ ਕਰਦੇ ਰਹੇ ਬਗਾਵਤ, ਜਿਹੜੇ ਸੀਗੇ ਆਪਣੇ ਮੁਸਲਮਾਨਾਂ ਦੇ ਦੂਜੇ ਜੰਜੂਆ ਟਰਾਈਬ, ਖਾਲਿਲ ਗੱਖੜ, ਇਹ ਚੰਡੇਲ, ਇਹ ਲੜਦੇ ਰਹੇ ਇਹਨਾਂ ਦੇ ਖਿਲਾਫ, ਦਿੱਲੀ ਦਰਬਾਰ ਦੇ ਖਿਲਾਫ ਲੜਦੇ। ਮੁਸਲਮਾਨ ਬਗਾਵਤਾਂ ਬਹੁਤ ਹੋਈ। ਜੇ ਇਹਦੇ 'ਤੇ ਕੰਮ ਕੀਤਾ ਜਾਵੇ ਨਾ ਜੀ, ਵੀ ਮੁਸਲਿਮ ਵਿਦਰੋਹ ਜਿਹੜੇ ਪੰਜਾਬੀਆਂ ਦੇ ਮੁਸਲਿਮ ਵਿਦਰੋਹ ਦਿੱਲੀ ਦੇ ਖਿਲਾਫ ਹੋਇਆ, ਬਹੁਤ ਵੱਡੇ 'ਚ ਨਿਕਲਣੇ, ਪਰ ਇਹ 'ਤੇ ਕੋਈ ਕੰਮ ਹੀ ਨਹੀਂ ਕਰਦਾ ਜੀ। ਨਹੀਂ ਜੀ, ਇਹ ਤਾਂ ਹਿੰਦੂ ਮੁਸਲਮਾਨਾਂ ਨਾਲ ਲੜਾਈ ਸੀਗੀ, ਮੁਸਲਮਾਨ ਮਾੜੇ ਹੁੰਦੇ ਆ, ਹਿੰਦੂ ਸਿੱਖ ਚੰਗੇ ਹੁੰਦੇ ਆ, ਇਸ ਕਰਕੇ ਉਹ ਲੜਾਈ ਸੀ। ਇਹ ਨਹੀਂ ਸੀ ਇਹ ਲੜਾਈ। ਹੁਣ ਮੈਂ ਦੱਸਦਾ ਤੁਹਾਨੂੰ, ਉਸ ਵੇਲੇ ਜ਼ਕਰੀਆ ਖਾਨ ਨੇ ਫਿਰ ਜ਼ਕਰੀਆ ਖਾਨ ਦਾ ਸੀਗਾ ਦੀਵਾਨ ਕੌੜਾਮਲ। ਦੀਵਾਨ ਕੌੜਾਮਲ ਕਿੰਨੇ ਹੀ ਸਿੱਖ ਵੀ ਕਿੰਨੇ ਸਿੱਖ ਔਰ ਹਿੰਦੂ ਤਾਂ ਦੀਵਾਨ ਤਾਂ ਸਾਰੇ ਮੁਸਲਮਾਨਾਂ ਦੇ ਦੀਵਾਨ ਹਿੰਦੂ ਹੀ ਹੁੰਦੇ ਸੀ। ਉਹਨਾਂ ਸਿੱਖਾਂ ਦੇ ਵਿੱਚ ਵੀ ਤੁਸੀਂ ਦੇਖੋ ਉਸ ਵੇਲੇ ਚਕਰੈਲ ਤੇ ਮੁਹਰੇਲ 2 ਗਿਣੀਆਂ ਸੀ। ਚਕਰੈਲ ਉਹ ਬੰਦੇ ਜਿਹੜੇ ਚਲੋ ਵੀ ਗੌਰਮੈਂਟ ਦਾ ਕੰਮ ਕਰ ਵੀ ਲਿਆ ਕੋਈ ਨਹੀਂ, ਮੁਹਰੇਲ ਉਹ ਦਸਤੇ ਜਿਹੜੇ ਲੜਦੇ ਹੁੰਦੇ ਸੀ ਅੱਗੇ ਜਾ ਕੇ। ਉਹਨ ਫਿਰ ਆਪਣੇ ਦੀਵਾਨ ਕੌੜਾਮਲ ਨੂੰ ਭੇਜਿਆ ਵੀ ਉਹ ਭੱਟੀ ਨੂੰ ਜਾ ਕੇ ਫਿਕਸ ਕਰ।
ਉਹ ਫਿਰ ਭੱਟੀ ਨੂੰ ਲੈ ਕੇ ਗਿਆ ਜੀ। ਉਹਨੇ ਫਿਰ ਉਹ ਸਾਰੇ ਹੀ ਜਾ ਕੇ ਲੜਿਆ, ਉਹਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਲਿਆਂਦਾ, ਲਾਹੌਰ ਲਿਆ ਕੇ ਉਹਦਾ ਸਿਰ ਵੱਢਿਆ ਜਾ ਕੇ। ਭੱਟੀ ਦਾ ਸਿਰ ਵੱਢਿਆ। ਹਿੰਦੂ ਜਰਨੈਲ ਨੇ, ਜ਼ਕਰੀਆ ਖਾਨ ਮੁਸਲਮਾਨ ਦੇ ਅਧੀਨ, ਗਵਰਨਰ ਮੁਸਲਮਾਨ ਸੀ, ਫੌਜਾਂ ਦਾ ਕਮਾਂਡਰ ਹਿੰਦੂ ਸੀਗਾ, ਵੱਢਿਆ ਜਾ ਕੇ ਮੁਸਲਮਾਨ ਨੂੰ। ਹੁਣ ਇਹਨੂੰ ਗਲਤ ਪੇਸ਼ ਕਰੀ ਜਾਂਦੇ। ਮੈਨੂੰ ਦੁੱਖ ਤਾਂ ਹੁੰਦਾ ਜਾ ਕੇ, ਇਹ ਸਾਰੀ ਗੱਲ ਨੂੰ ਕਮਿਊਨਲ ਫਿਰਕਾ ਪ੍ਰਸਤੀ ਦਾ ਰੰਗ ਦੇਈ ਜਾਂਦੇ ਆ। ਹਾਲਾਂਕਿ ਸਿੱਖ ਮੂਵਮੈਂਟ ਦਾ ਫਿਰਕਾ ਪ੍ਰਸਤੀ ਹੈ ਹੀ ਨਹੀਂ ਸੀ ਉਹਦੇ ਵਿੱਚ, ਤਾਂ ਸਾਰਿਆਂ ਨੂੰ ਲੈ ਕੇ ਤੁਰੇ ਹੋ ਜਾ ਕੇ। ਸਿੱਖ ਮਿਸਲਾਂ ਦੀ ਇੱਕੋ ਹੀ ਖੂਬੀ ਸੀ ਵੀ ਥਿੰਦ ਸਾਹਿਬ, ਇੱਕ ਮੈਂ ਤੁਹਾਨੂੰ ਗੱਲ ਦੱਸ ਦਿਆਂ, ਸਿੱਖ ਮਿਸਲਾਂ ਦਾ ਪੰਜਾਬ ਦੇ ਮੁਸਲਮਾਨਾਂ ਨਾਲ ਕਦੇ ਝਗੜਾ ਹੋਇਆ ਹੀ ਨਹੀਂ ਸਾਰੇ ਟਾਈਮ ਦੇ ਵਿੱਚ। ਕਿਉਂਕਿ ਮੁਸਲਮਾਨ ਜਿਹੜੇ ਪੰਜਾਬ ਦੇ ਸੀ, ਇੱਕ ਵਾਰੀ ਇਹ ਗੱਲ ਚੱਲੀ ਸੀ ਵੀ ਇਹ ਵੀ ਜਿਹੜੇ ਸੀ ਵਿਕਟਮ ਸੀਗੇ ਦਿੱਲੀ ਦੀ ਸਰਕਾਰ, ਕਿਉਂਕਿ ਉਹ ਕਿਸੇ ਹੋਰ ਮੁਸਲਮਾਨ ਜਿਹੜੇ ਅਰਬੀ ਕਿਸਮ ਦੇ ਮੁਸਲਮਾਨ ਸੀ, ਬਿਲਕੁਲ ਉਹਨਾਂ ਨੂੰ ਪ੍ਰਮੋਟ ਕਰਦੇ, ਇਹ ਜ਼ਕਰੀਆ ਖਾਨ ਦੀ ਸਮਾਦ ਖਾਨ ਜੇ ਸਾਰੇ ਸੀ, ਪੰਜਾਬੀ ਮੁਸਲਮਾਨ ਨਹੀਂ ਹੈ, ਇਹ ਬਾਹਰੋਂ ਆਏ ਮੁਸਲਮਾਨ ਸੀਗੇ, ਜਾ ਕੇ ਪੰਜਾਬ ਬੜੇ ਉਹਦੇ ਉਹਨਾਂ ਨੂੰ ਦਿੱਤੇ ਜਾਂਦੇ ਸੀਗੇ ਜੀ। ਉਹ ਪੰਜਾਬੀ ਮੁਸਲਮਾਨ ਦੇ ਨਾਲ ਵੀ ਉੱਦਾਂ ਹੀ ਜ਼ਿਆਦਤੀ ਹੁੰਦੀ ਸੀਗੀ ਜਿੱਦਾਂ ਜਿਹੜੇ ਹੁੰਦੇ ਸੀ ਪੰਜਾਬੀਆਂ ਦੇ ਬਾਕੀ ਵਰਗਾਂ ਨਾਲ ਹੁੰਦੀ ਸੀ। ਇਹ ਮੁਸਲਮਾਨ ਹਿੰਦੂ ਸਿੱਖ ਦਾ ਰੌਲਾ ਨਹੀਂ ਸੀ, ਪਦਵੀਆਂ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਨਹੀਂ ਲਾਉਂਦੇ ਸੀ। ਫਿਰ ਆ ਗਿਆ, ਇੱਥੋਂ ਆ ਗਿਆ ਜੀ। ਇਹ ਹੁਣ ਗੱਲ ਹੈਗੀ 1738 ਦੀ, ਜਿਸ ਵੇਲੇ ਦੀਵਾਨ ਕੌੜਾ ਮੱਲ ਨੇ ਜਾ ਕੇ ਉਹ ਭੱਟੀ ਨੂੰ ਮਾਰਿਆ ਜਾ ਕੇ। ਠੀਕ। ਫਿਰ 1739 ਆ ਗਈ ਜੀ। 1739 ਦੇ ਵਿੱਚ ਨਾਦਰ ਸ਼ਾਹ ਨੇ ਹਮਲਾ ਕਰ ਦਿੱਤਾ। ਅੱਛਾ ਜੀ। ਨਾਦਰ ਸ਼ਾਹ ਇੱਕ ਜਿਹੜਾ ਸੀਗਾ, ਉਹ ਇੱਕ ਪਰਸ਼ੀਆ ਦੇ ਇਸ ਇਲਾਕੇ ਦੇ ਜਿਹੜਾ ਹੇਠਲਾ ਹਿੱਸਾ ਹੈ ਈਰਾਨ ਦਾ, ਉੱਥੋਂ ਇਕੜਾ ਆਜੜੀ ਸੀਗਾ, ਪਰ ਵੱਧ ਤਰੱਕੀ ਇੰਨੀ ਹੋ ਗਈ, ਉਹਨੇ ਆ ਕੇ ਜਿੱਥੇ ਹਮਲਾ ਕਰ ਦਿੱਤਾ। ਹੁਣ ਨਾਦਰ ਸ਼ਾਹ ਨੇ ਸਿੱਖਾਂ ਤੇ ਹਮਲਾ ਥੋੜ੍ਹਾ ਕੀਤਾ ਜੀ, ਉਹਨੇ ਮੁਸਲਮਾਨ ਰਾਜੇ ਤੇ ਹਮਲਾ ਕੀਤਾ ਅੱਗੇ ਜਾ ਕੇ, ਜਿਹੜਾ ਦਿੱਲੀ ਦਾ ਬਹਾਦਰ ਸ਼ਾਹ ਸੀਗਾ ਉੱਥੇ। ਅੱਛਾ। ਬਹਾਦਰ ਸ਼ਾਹ ਤੇ ਨਾਦਰ ਸ਼ਾਹ ਨੇ ਹਮਲਾ ਕਰਤਾ ਉਹਦੇ ਤੇ, ਔਰ ਨਾਦਰ ਸ਼ਾਹ ਨੇ ਹਮਲਾ ਕਰਤਾ। ਬੜਾ ਸੋਹਣਾ ਕੰਮ ਚੱਲਦਾ ਸੀ ਜਾ ਕੇ। ਉੱਥੇ ਪਤਾ ਲੱਗਾ ਜੀ ਵੀ ਨਾਦਰ ਸ਼ਾਹ ਨੂੰ ਕਿਸੇ ਨੇ ਮਾਰ ਦਿੱਤਾ। ਅੱਛਾ। ਉਹ ਦਿੱਲੀ ਵਿੱਚ ਲੋਕ ਭੜਕ ਪਏ, ਲੋਕਾਂ ਨੇ ਉਹ ਨਾਦਰ ਸ਼ਾਹ ਦੇ ਕੋਲ ਸਿਪਾਹੀ ਮਾਰ ਦਿੱਤੇ। ਨਾਦਰ ਸ਼ਾਹ ਨੂੰ ਗੁੱਸਾ ਇੰਨਾ ਆਇਆ ਜੀ, ਨਾਦਰ ਸ਼ਾਹ ਨੇ ਕਿਹਾ ਸਾਰੇ ਕਤਲਾਮ ਕਰ ਦਿਓ ਦਿੱਲੀ 'ਚ, ਮਾਰ ਦਿਓ ਸਾਰੇ। ਇੱਦਾਂ ਨਹੀਂ ਹੋਇਆ ਜਾ ਕੇ ਵੀ ਜਿਹੜੇ ਇਹ ਹਿੰਦੂ ਮਾਰ ਦਿਓ ਤਾਂ ਮੁਸਲਮਾਨ ਨਾ ਮਾਰ ਦਿਓ, ਸਾਰਿਆਂ ਨੂੰ ਲੁੱਟ ਲੁਟਾਈ ਕਰ ਲਓ ਜਾ ਕੇ, ਸਾਰੇ ਮਾਰ ਦਿਓ ਜਾ ਕੇ। ਨਾਦਰ ਸ਼ਾਹ ਨੇ 6 ਘੰਟੇ ਵਿੱਚ 25,000 ਬੰਦਾ ਕਤਲ ਕੀਤਾ ਦਿੱਲੀ ਦੇ ਵਿੱਚ ਉਸ ਵੇਲੇ। ਭਾਵੇਂ ਉਹ ਕੋਈ ਹੋਵੇ ਜੀ, ਉਹਦੇ ਰੌਲੇ ਕੋਈ ਇਹ ਥੋੜ੍ਹਾ ਉੱਥੇ ਸਿਪਾਹੀਆਂ ਨੂੰ ਸੀਗਾ ਵੀ ਇਹਦਾ ਪਹਿਲਾਂ ਚੈੱਕ ਕਰੋ ਜਾ ਕੇ ਵੀ ਕੌਣ ਸੀਗਾ ਕਿ ਨਹੀਂ ਕਿਸੇ, ਜਿਹੜਾ ਵੀ ਉਹਨਾਂ ਹੱਥੋਂ ਦਾ ਮਾਰਿਆ, ਜਿਹੜਾ ਵੀ ਲੁੱਟ ਲਓ ਜੋ। 6 ਘੰਟੇ 'ਚ 25,000 ਬੰਦਾ ਮਾਰਿਆ। ਔਰ ਫਿਰ ਜਦੋਂ ਉਹ ਇਕੱਠੇ ਹੋ ਕੇ ਬਹਾਦਰ ਸ਼ਾਹ ਨੇ ਲੋਕਾਂ ਕੋਲ ਮਿਹਨਤ ਕੀਤੀ ਵੀ ਜੋ ਚਾਹੀਦਾ ਤੁਸੀਂ ਲਓ, ਤਾਂ ਤੁਸੀਂ ਹੁਣ ਜਾ ਕੇ ਹੁਣ ਮਿਹਰ ਕਰੋ ਸਾਡੇ। ਫਿਰ ਨਾਦਰ ਸ਼ਾਹ ਨੇ ਕੋਹਿਨੂਰ ਵੀ ਲਿਆ। ਇੱਕ ਕੋਹਿਨੂਰ ਦੇ ਬਰਾਬਰ ਦਾ ਹੀਰਾ ਸੀ ਦਰਿਆਏ ਨੂਰ, ਉਹ ਵੀ ਦਿੱਲੀ ਦਾ। ਕੋਹਿਨੂਰ ਵੀ ਲਿਆ, ਦਰਿਆਏ ਨੂਰ ਵੀ ਲਿਆ, ਤਖਤ ਤਾਊਸ ਵੀ ਲਿਆ। ਤਖਤ ਤਾਊਸ ਜਿਹੜਾ ਸੀਗਾ ਉਹ ਜੜਿਆ ਮੋਤੀਆਂ ਸਾਰਿਆਂ ਦੇ ਨਾਲ, ਜਿਹੜਾ ਮੋਰ ਦੀ ਸ਼ਕਲ ਦਾ, ਹਾਂ ਉਹ ਸੀਗਾ। ਉਹ ਇਕੱਠਾ ਲੈ ਕੇ ਜੀ ਉਹ ਉੱਥੋਂ ਜਾ ਕੇ ਫਿਰ ਜਿਹੜਾ ਹੈਗਾ ਤੁਰ ਪਿਆ ਜਾ ਕੇ ਨਾਦਰ ਸ਼ਾਹ। ਜਦ ਬੈਕ ਗਿਆ ਨਾ ਜੀ, ਤੇ ਬੈਕ ਗਿਆ ਤਾਂ ਉਸ ਵੇਲੇ ਜਿਹੜਾ ਉਹਦਾ ਪਿਛਲਾ ਹਿੱਸਾ ਸੀਗਾ ਆਪਣੇ, ਜਿਹਦੇ ਵਿੱਚ ਰਸਦ ਸੀਗੀ ਔਰ ਦੂਜੇ ਸੇ ਉਹ ਮਿਸਲਾਂ ਲੁੱਟਣ ਲੱਗ ਪਈਆਂ ਵਿੱਚੇ ਪੰਜਾਬੀ ਮੁਸਲਮਾਨਾਂ ਦੇ ਮੁੰਡੇ, ਪੰਜਾਬੀ ਮੁਸਲਮਾਨਾਂ ਦੇ ਮੁੰਡੇ, ਹਿੰਦੂ ਮੁਸਲਮਾਨਾਂ ਦੇ ਮੁੰਡੇ, ਲੈਡ ਬਾਈ ਦੀ ਸਿੱਖ ਲੀਡਰ ਸੀ ਉਹਨੇ ਜਾ ਕੇ ਉਹ ਲੁੱਟਣਾ ਸ਼ੁਰੂ ਕੀਤਾ। ਉਹ ਲੁੱਟਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਨਾਦਰ ਸ਼ਾਹ ਵੇਲੇ ਉਹਨਾਂ ਨਹੀਂ ਹੋਇਆ। ਫਿਰ ਅਹਿਮਦ ਸ਼ਾਹ ਅਬਦਾਲੀ ਵੇਲੇ ਮੈਂ ਗੱਲ ਦੱਸੂਗਾ ਇਹ ਜਾ ਕੇ। ਉਸ ਵੇਲੇ ਨਾਦਰ ਸ਼ਾਹ ਨੂੰ ਜ਼ਕਰੀਆ ਖਾਨ ਨਾਲ ਸੀ, ਜ਼ਕਰੀਆ ਖਾਨ ਨੂੰ ਇਹ ਹਰਾ ਕੇ ਨਾਲ ਹੋ ਗਿਆ ਉਹਦੇ ਜਾ ਕੇ। ਫਿਰ ਜ਼ਕਰੀਆ ਖਾਨ ਵਾਪਸ ਆਉਂਦਾ ਜੀ। ਜ਼ਕਰੀਆ ਖਾਨ ਜਿਸ ਵੇਲੇ ਆਉਂਦਾ ਤਾਂ ਇਹ ਨਾਦਰ ਸ਼ਾਹ ਉਹਨੂੰ ਕਹਿੰਦਾ, ਪੁੱਛਦਾ ਵੀ ਇਹ ਕੌਣ ਆ ਬੰਦੇ ਜਿਨ੍ਹਾਂ ਨੇ ਲੁੱਟ ਲਿਆ, ਇਹ ਲੁੱਟ ਲਿਆ ਜਾ ਕੇ ਮੇਰੇ ਕਾਫਲੇ ਨੂੰ। ਮੈਂ ਤਾਂ ਸਾਰਾ ਉੱਥੇ ਵਿੱਚੇ ਪਰਸ਼ੀਆ, ਵਿੱਚੇ ਉਹ ਇਲਾਕਾ ਅਫਗਾਨਿਸਤਾਨ ਦਾ, ਐਡਾ ਮੇਰੀ ਤਾਂ ਕਿ ਕੌਣ ਹੈ ਜਿੱਦ। ਉਹ ਕਹਿੰਦਾ ਇਹ ਫਕੀਰ ਕਿਸਮ ਦੇ ਆਦਮੀ ਆ ਉਹ ਕਹਿੰਦਾ ਇਹ ਰਹਿੰਦੇ ਘਰ ਕਿੱਥੇ, ਇਹਨਾਂ ਦੇ ਘਰ ਤਬਾਹ ਕਰੋ ਕਹਿੰਦਾ। ਉਹ ਕਹਿੰਦਾ ਇਹਨਾਂ ਘਰ ਹੈ ਹੀ ਨਹੀਂ ਜੀ, ਇਹ ਤਾਂ ਘੋੜਿਆਂ ਦੀ ਕਾਠੀਆਂ 'ਤੇ ਰਹਿੰਦੇ ਆ, ਉੱਥੇ ਉਹੀ ਇਹਨਾਂ ਦੇ ਘਰ ਆ, ਉੱਥੇ ਸੌਂ ਲੈਂਦੇ। ਕਹਿੰਦੇ ਇਹ ਘੋੜੇ 'ਤੇ ਸੌਂ ਲੈਂਦੇ ਆ। ਉਹ ਫੇਰ ਪੁੱਛਣ ਲੱਗਾ ਵੀ ਉਹ ਤਬਾਹ ਕਰੋ, ਖਾਂਦੇ ਕੀ ਆ? ਉਹ ਕਹਿੰਦਾ ਖਾਂਦੇ ਕੀ, ਝੋਲੇ ਦੇ ਵਿੱਚ ਪਾਏ ਹੁੰਦੇ ਦਾਣੇ, ਉਹ ਚੱਬਦੇ ਰਹਿੰਦੇ ਆ। ਇਹ ਸਾਰੀ ਗੱਲ ਸੁਣਨ ਤੋਂ ਬਾਅਦ ਨਾਦਰ ਸ਼ਾਹ ਨੇ ਇੱਕ ਗੱਲ ਕਹੀ ਜ਼ਕਰੀਆ ਖਾਨ ਨੂੰ, ਕਹਿੰਦਾ ਵੀ ਵਿਜੀਲੈਂਟ, ਇਹਨਾਂ ਦਾ ਖਿਆਲ ਰੱਖੀ, ਟਾਈਮ ਦੂਰ ਨਹੀਂ ਹੈ, ਜ਼ਿਆਦਾ ਨਹੀਂ, ਤੇਰੇ ਲਈ ਬਹੁਤ ਵੱਡੀ ਪ੍ਰੋਬਲਮ ਕਰਨੀ ਹੈ ਤੇਰੇ ਰਾਜ ਦੇ ਲਈ। ਉਹ ਜਿਸ ਵੇਲੇ ਹੋ ਗਿਆ ਜੀ, they have nothing to lose, ਇਹਨਾਂ ਦਾ ਜਿਹੜਾ ਹੈਗਾ ਇਹਨੇ ਕੇਅਰਫੁਲ, ਨਾਦਰ ਸ਼ਾਹ ਉਹਨੂੰ ਕੇਅਰਫੁਲ ਕਰ ਗਿਆ। ਉਹ ਫਿਰ ਜਦ ਨਾਦਰ ਸ਼ਾਹ ਚਲੇ ਗਿਆ ਜੀ, ਫਿਰ ਜ਼ਕਰੀਆ ਖਾਨ ਨੇ ਫਿਰ ਰੇਲਾ ਚਾੜਨਾ ਸ਼ੁਰੂ ਕੀਤਾ ਜੀ। ਫਿਰ ਸਿੱਖਾਂ ਦੇ ਸਿਰਾਂ ਦੇ ਨਾਮ ਜਾ ਕੇ ਫਿਰ ਮਾਰਿਆ, ਮਿਸਲਾਂ ਦੇ ਵੀ ਜਿਹੜਾ ਵੀ ਆਉਂਦਾ ਮੁਸਲਮਾਨ ਮੁੰਡਾ ਹੱਥਾਂ ਦਾ ਜਵਾਨ ਉਹ ਵੀ ਕਰੋ, ਜਿਹੜਾ ਵੀ ਕੋਈ ਗੌਰਮੈਂਟ ਦੇ ਖਿਲਾਫ ਚੱਲਦਾ ਉਹਨੂੰ। ਕਿਉਂਕਿ ਇਹ ਜਿਹੜੀ ਸਟਰਗਲ ਸੀਗੀ ਜ਼ੁਲਮ ਦੇ ਖਿਲਾਫ ਔਰ ਰਾਜ ਸੱਤਾ ਹਾਸਲ ਕਰਨ ਦੇ ਖਿਲਾਫ ਸੀ। ਫਿਰ ਰਾਜ ਕਾਇਮ ਕਰਨਾ ਸੀ, ਆਪਣਾ ਰਾਜ ਪੰਜਾਬ ਦੇ ਵਿੱਚ ਕਾਇਮ ਕਰਨਾ, ਕਿਉਂਕਿ ਕਦੇ ਹੋਇਆ ਹੀ ਨਹੀਂ ਸੀ।
ਕਿਸੇ ਦਾ ਪੰਜਾਬ ਤਾਂ ਰਾਜ ਕਦੇ। ਉਹ ਮੁਸਲਮਾਨ ਮੁੰਡਿਆਂ ਨੂੰ ਵੀ ਇਹ ਸੀਗਾ ਵੀ ਸੁਲਤਾਨੇਟ ਆਫ ਪੰਜਾਬ ਬਣੂਗੀ, ਇੱਥੇ ਕਿੰਗਡਮ ਆਫ ਪੰਜਾਬ ਬਣਨੀ ਹੈ, ਇੱਥੇ ਆਪਣਾ ਬਾਦਸ਼ਾਹ ਬਣੂਗਾ, ਆਪਣਾ ਰਾਜ ਹੋਣਾ ਕਿਤੇ ਜਾ ਕੇ। ਉਹ ਸਾਰੇ ਇਕੱਠੇ ਹੋ ਕੇ ਸਿੱਖ ਲੀਡਰ ਸੀ ਉਹਦੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਸਾਰੀ ਲੀਡਰਸ਼ਿਪ ਮਿਸਲਾਂ ਦੀ ਸਾਰੀ ਸਿੱਖਾਂ ਦੇ ਹੱਥ ਦੇ ਵਿੱਚ ਸੀਗੀ ਜਾ ਕੇ। ਔਰ ਉਹ ਸਿੱਖੀ ਦੇ ਹਿਸਾਬ ਨਾਲ ਚਲਾਉਂਦੇ ਵੀ ਸੀ। ਫਿਰ ਸਿੱਖੀ ਦਾ ਹਿਸਾਬ ਹੀ ਇਹ ਸੀ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਜਾ ਕੇ, ਬਰਾਬਰ ਰੱਖ। ਅੱਛਾ, ਉਹ ਤੋਂ ਬਾਅਦ ਆਉਂਦੇ ਜੀ 1745-46 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਜ਼ਕਰੀਆ ਖਾਨ ਮਰ ਗਿਆ। ਜ਼ਕਰੀਆ ਖਾਨ ਦਾ ਜਿਹੜੇ ਮੁੰਡੇ ਸੇ ਯਹੀਆ ਖਾਨ ਤੇ ਸ਼ਾਹਨਵਾਜ਼, ਉਹਨਾਂ ਵਿੱਚ ਲੜਾਈ ਹੋਈ ਜੀ। ਲੜਾਈ ਹੋਈ, ਯਹੀਆ ਖਾਨ ਬਣ ਗਿਆ ਜਾ ਕੇ। ਹੁਣ ਯਹੀਆ ਖਾਨ ਦੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਈਵੈਂਟ ਹੁੰਦਾ ਉਹ ਹੁੰਦਾ ਛੋਟਾ ਘੱਲੂਘਾਰਾ। ਪ੍ਰੋਫੈਸਰ ਕਸ਼ਮੀਰਾ ਸਿੰਘ ਮੇਰੇ ਨਾਲ ਨੇ ਅਤੇ ਗੱਲਬਾਤ ਚੱਲ ਰਹੀ ਹੈ ਸਿੱਖ ਹਿਸਟਰੀ ਦੇ ਉਸ ਸਮੇਂ ਦੀ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਤੇ ਸਿੱਖ ਮਿਸਲਾਂ ਦੇ ਕਾਇਮ ਹੋਣ ਤੋਂ ਪਹਿਲਾਂ ਦਾ ਸਮਾਂ ਸੀ, ਜਿਹੜਾ ਸਿੱਖਾਂ ਲਈ ਇੱਕ ਬਹੁਤ ਜੱਦੋ ਜਹਿਦ ਭਰਿਆ ਅਤੇ ਸਟਰਗਲ ਦਾ ਸਮਾਂ ਸੀ। ਪ੍ਰੋਫੈਸਰ ਸਾਹਿਬ ਦਾ ਥੀਸਿਸ ਇਹ ਆ ਕਿ ਇਹ ਇੱਕ ਸੈਕੂਲਰ ਜਿਹੜਾ ਥਾਟ ਸੀ ਉਸ ਦੇ ਨਾਲ ਹੀ ਸਿੱਖਾਂ ਦਾ ਵਾਸਤਾ ਰਿਹਾ। ਉਦੋਂ ਰਾਜੇ ਇਹ ਨਹੀਂ ਸੀ ਵੇਖਦੇ ਕਿ ਕੌਣ ਸਿੱਖ ਹੈ, ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਸਗੋਂ ਤਾਂ ਰਾਜ ਕਰਨ ਦੀ ਰਾਜ ਦੀ ਲਾਲਸਾ ਦੇ ਵਿੱਚ ਸਾਰੇ ਲੋਕਾਂ ਨੂੰ ਹੀ, ਮੁਸਲਮਾਨ ਰਾਜੇ ਮੁਸਲਮਾਨਾਂ ਨੂੰ ਵੀ ਕਤਲ ਕਰਦੇ ਰਹੇ ਅਤੇ ਸਿੱਖ ਸੈਕੂਲਰ ਹੋਣ ਕਰਕੇ ਇਸ ਯੁੱਧ ਦੇ ਵਿੱਚ ਹਿੰਦੂਆਂ, ਮੁਸਲਮਾਨਾਂ ਅਤੇ ਹੋਰ ਜਾਤੀ ਦੇ ਲੋਕਾਂ ਨੂੰ ਆਪਣੇ ਨਾਲ ਰੱਖ ਸਕੇ। ਅਤੇ ਸਾਹਿਬ ਫਿਰ ਕੀ ਹੋਇਆ ਉਦੋਂ? ਹਾਂਜੀ ਥੈਂਕ ਸਾਹਿਬ, ਆ ਜਿਹੜੀ ਤੁਸੀਂ ਗੱਲ ਕਹੀ ਹੈ ਇਹਨੂੰ ਮੈਂ ਫਿਰ ਇਹ 'ਤੇ ਜ਼ੋਰ ਦੇ ਦੇਵਾਂ ਵੀ ਇਹ ਗੱਲ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਆ ਵੀ ਸਿੱਖ ਮਿਸਲਾਂ ਦੀ ਜਿਹੜੀ ਲੜਾਈ ਸੀਗੀ ਉਹ ਕੋਈ ਹਿੰਦੂ ਮੁਸਲਮਾਨਾਂ ਦੀ ਲੜਾਈ ਨਹੀਂ ਹੈ, ਉਹ ਪੰਜਾਬ ਦੀ ਲਿਬਰੇਸ਼ਨ ਦੀ ਲੜਾਈ ਸੀਗੀ। ਉਹ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਲੜਾਈ ਸੀ। ਉਹਦੇ ਵਿੱਚ ਕੰਮ ਕਰਦੇ ਸੀਗੇ ਜਾ ਕੇ। ਹੁਣ ਮੈਂ ਤੁਹਾਨੂੰ ਦੱਸਦਾ, ਉਸ ਵੇਲੇ ਮੈਨੂੰ ਦੱਸਣਾ ਚਾਹੀਦਾ ਸੀ ਜਿਸ ਵੇਲੇ ਨਵਾਬ ਦਾ ਟਾਈਟਲ ਔਰ ਜਾਗੀਰ ਸਿੱਖਾਂ ਨੂੰ ਆਫਰ ਹੋਈ, ਉਹ ਆਫਰ ਸੁਬੇਗ ਸਿੰਘ ਲੈ ਕੇ ਗਿਆ। ਪਹਿਲਾਂ ਕਪੂਰ ਸਿੰਘ ਨੂੰ ਦੇਤੀ ਸੀ? ਨਹੀਂ, ਕਪੂਰ ਸਿੰਘ ਨੂੰ ਤਾਂ ਟਾਈਟਲ ਜਿਹੜਾ ਆਫਰ ਲੈ ਕੇ ਗਿਆ, ਮੀਡੀਏਟਰ ਜਿਹੜਾ ਸੀਗਾ ਜ਼ਕਰੀਆ ਖਾਨ ਔਰ ਸਿੱਖਾਂ ਦੇ ਦਰਮਿਆਨ ਜਿਹੜਾ ਮੀਡੀਏਟਰ ਸੀਗਾ ਉਹ ਸੁਬੇਗ ਸਿੰਘ ਸੀ, ਜਿਹੜਾ ਸਿੱਖ ਸੀ। ਔਰ ਉਹ ਸੁਬੇਗ ਸਿੰਘ ਤੁਸੀਂ ਦੱਸਣਾ ਲਾਹੌਰ ਦਾ ਕੋਤਵਾਲ ਸੀ। ਕੋਤਵਾਲ ਹੁੰਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਕੋਤਵਾਲ, ਉਹ ਸਿੱਖ ਕੋਲ ਸੀ ਉਸ ਵੇਲੇ ਜ਼ਕਰੀਆ ਖਾਨ ਦੇ ਟਾਈਮ ਦੇ ਵਿੱਚ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਇਹ ਦੱਸਦੇ ਨਹੀਂ ਗੇ ਸਾਨੂੰ ਜੀ, ਇਹ ਪਤਾ ਨਹੀਂ ਇਤਿਹਾਸਕਾਰ, ਕਿਉਂਕਿ ਜੇ ਦੱਸੂਗੇ ਵੀ ਜੇ ਮਾੜੀ ਜਿਹੀ ਦੱਸ ਕੇ ਮਗਰੋਂ ਫੇਰ ਕਹਿ ਦੋਗੇ ਮੁਸਲਮਾਨ ਜਿਹੜੇ ਜ਼ੁਲਮ ਬਹੁਤ ਕਰਦੇ ਸੀ। ਮੁਸਲਮਾਨ ਜ਼ੁਲਮ ਨਹੀਂ ਕਰਦੇ, ਸਰਕਾਰ ਕਰਦੀ ਸੀ ਜ਼ੁਲਮ, ਜਿਹੜੀ ਸੀ ਉੱਥੇ ਜਾ ਕੇ ਜਿਹੜੀ ਕਰਦੀ ਸੀ ਉਸ ਸਮੇਂ ਦੀ ਸਰਕਾਰ ਕਰਦੀ ਸੀ। ਔਰ ਉਹਦੇ ਵਿੱਚ ਉਹ ਜ਼ੁਲਮ ਕਰਵਾਉਣ ਦੇ ਵਿੱਚ ਹਿੰਦੂ ਵੀ ਸੀ, ਸਿੱਖ ਵੀ। ਸੁਬੇਗ ਸਿੰਘ ਹੁਣੀ ਨਾਲ ਉਹਦੇ ਸੀਗੇ। ਸਿੱਖਾਂ ਨੇ ਉਹ ਉਸ ਜ਼ੁਲਮ ਵਿੱਚ ਸਾਥ ਨਹੀਂ ਦਿੱਤਾ, ਪਰ ਬਾਅਦ 'ਚ ਆਪਾਂ ਦੇਖਾਂਗੇ ਇੱਕ ਸਮਾਂ ਆ ਜਾਏਗਾ ਜਿਸ ਵਿੱਚ ਸਿੱਖ ਵੀ ਸਿੱਖਾਂ ਦੇ ਵਿੱਚੋਂ ਵੀ ਉਹਦੀ ਨਾਵੇਗ ਨਾਲ ਰਲਦੇ। ਇਹਦੇ ਤੁਹਾਨੂੰ ਇੰਟਰਪਟ ਨਹੀਂ ਕਰਨਾ ਚਾਹੁੰਦਾ। ਆਜ਼ਾਦ ਭਾਰਤ ਦੇ ਵਿੱਚ 1984 'ਚ ਦਿੱਲੀ 'ਚ ਕਾਂਗਰਸ ਦੀ ਸਰਕਾਰ ਨੇ ਸਿੱਖਾਂ 'ਤੇ ਜ਼ੁਲਮ ਕੀਤੇ ਸੀ। ਬਿਲਕੁਲ, ਮੈਂ ਤੁਹਾਨੂੰ ਦੱਸਦਾ ਜੀ, ਬਿਲਕੁਲ ਇਹ ਇੱਦਾਂ ਦਾ ਰੌਲਾ ਨਹੀਂ ਹੈ ਜਾ ਕੇ ਜੇ। ਅੱਛਾ, ਹੁਣ ਆਪਾਂ ਇੱਥੇ ਆ ਜਾਈਏ ਜੀ, ਇੱਥੇ ਆਇਓ ਸੀ ਆਪਾਂ ਛੋਟੇ ਘੱਲੂਘਾਰੇ 'ਤੇ। ਜਿਸ ਵੇਲੇ ਜ਼ਕਰੀਆ ਖਾਨ ਦੀ ਡੈਥ ਹੋ ਗਈ, ਜ਼ਕਰੀਆ ਖਾਨ ਦੀ ਡੈਥ ਤੋਂ ਬਾਅਦ ਥੋੜ੍ਹਾ ਰੌਲਾ ਗੋਲਾ ਪਿਆ, ਪਰ ਫਿਰ ਯਹੀਆ ਖਾਨ ਬਣ ਗਿਆ ਜੀ। ਯਹੀਆ ਖਾਨ ਦਾ ਜਿਹੜਾ ਬੜਾ ਸੀਗਾ ਆਪਣਾ ਦੀਵਾਨ, ਉਹ ਸੀਗਾ ਲਖਪਤ ਰਾਏ। ਅੱਛਾ ਜੀ। ਲਖਪਤ ਰਾਏ ਦਾ ਇੱਕ ਭਰਾ ਸੀ ਛੋਟਾ, ਜਸਪਤ ਰਾਏ। ਅੱਛਾ। ਜਸਪਤ ਰਾਏ ਦਾ ਸਿੱਖਾਂ ਦੇ ਨਾਲ ਮਿਸਲਾਂ ਨਾਲ, ਜਸਪਤ ਰਾਏ ਦਾ ਮਿਸਲਾਂ ਦੇ ਨਾਲ ਕਿਤੇ ਝਗੜਾ ਹੋ ਗਿਆ, ਉਹਦੇ ਵਿੱਚ ਜਸਪਤ ਰਾਏ ਮਾਰਿਆ ਗਿਆ। ਜਸਪਤ ਰਾਏ ਮਾਰਿਆ ਗਿਆ ਤਾਂ ਲਖਪਤ ਰਾਏ ਨੇ ਫਿਰ ਯਹੀਆ ਖਾਨ ਨੂੰ ਕਿਹਾ ਵੀ ਮੈਨੂੰ ਫੌਜ ਦੇ, ਮੈਂ ਹੁਣ ਇਹਨਾਂ ਦਾ ਸਫਾਇਆ ਕਰਨਾ। ਅੱਛਾ, ਮੇਰਾ ਭਰਾ ਮਾਰਤਾ? ਇਹ ਨਹੀਂ, ਮੇਰਾ ਭਰਾ ਮਾਰ ਦਿੱਤਾ, ਹੁਣ ਮੈਂ ਇਹਨਾਂ ਦਾ ਸਫਾਇਆ ਕਰਨਾ। ਉਹ ਫਿਰ ਫੌਜ ਲੈ ਕੇ ਜੀ ਉਹ ਸਿੱਖਾਂ ਦੇ ਮਗਰ ਪੈ ਗਿਆ ਲਖਪਤ ਰਾਏ। ਲਖਪਤ ਰਾਏ ਕਮਾਂਡਰ ਸੀਗਾ, ਬਾਦਸ਼ਾਹ ਸੀਗਾ ਯਹੀਆ ਖਾਨ, ਪਿਆ ਉਹ ਮਿਸਲਾਂ ਦੇ ਖਿਲਾਫ। ਉਹ ਘੇਰਦਾ ਜਾ ਕੇ ਕਾਹਨੂਆਣੇ ਦੇ ਛੰਭ ਵਿੱਚ ਗੁਰਦਾਸਪੁਰ ਵਾਲ ਨੂੰ ਲੈ ਗਿਆ ਉੱਥੇ ਜੀ। ਉੱਥੇ ਉਹਨੂੰ ਘੇਰ ਲਿਆ ਜਾ ਕੇ ਸਿੱਖ ਜੀ, ਉੱਥੇ ਘੇਰ ਲਿਆ ਸਿੱਖ ਲਿਆ ਕਿ ਸਿੱਖ ਜਿਹੜੇ ਸੀਗੇ ਉੱਥੇ, ਇਹਦੇ ਕੋਲ ਬੜੀ ਫੌਜ ਜ਼ਿਆਦਾ ਸੀ, ਸਿੱਖਾਂ ਕੋਲ ਥੋੜ੍ਹੇ ਸੀ ਉਸ ਵੇਲੇ ਜਾ ਕੇ ਜੀ। ਸਿੱਖਾਂ ਕੋਲ ਜਾਂ ਮਿਸਲਾਂ ਕੋਲ ਕਹਿ ਲਓ ਜਾ ਕੇ, ਮੁਸਲਮਾਨਾਂ ਦੇ ਮੁੰਡੇ ਵੀ ਸੀਗੇ ਉਹਦੇ ਵਿੱਚ ਜਾ ਕੇ। ਉਹ ਜਾ ਕੇ ਉੱਥੇ ਫਿਰ ਉਹਨੂੰ ਕਾਫੀ ਬੰਦੇ 3-4 ਹਜ਼ਾਰ ਸਿੱਖ ਮਾਰ ਦਿੱਤਾ ਜੀ। ਅੱਛਾ। ਜਾਂ ਮਿਸਲਦਾਰ ਮੇਰੇ ਵੀ ਦਿਮਾਗ ਦੇਖੋ ਨਾ ਅਜੇ ਤਾਂ ਬੈਠੀ ਹੋਈ ਆ ਵੀ ਉਹ ਮਿਸਲਾਂ ਸਾਰੇ ਹੀ ਸਿੱਖ ਸੀ, ਪਰ ਸਿੱਖ ਨਹੀਂ। ਉਹ ਮਿਸਲਾਂ ਦੇ ਜਿਹੜੇ ਸੀਗੇ ਸੋਲਜਰ ਉਹ ਮਾਰੇ ਗਏ ਜੀ ਕਾਫੀ ਗਿਣਤੀ ਵਿੱਚ। ਕੁਛ ਦਰਿਆ ਰਾਵੀ ਦੇ ਵਿੱਚ ਦੇਖ ਕੇ ਉਹ 'ਚ ਮਰ ਗਏ, ਕੁਝ ਬਾਕੀ ਉਹ ਨਹੀਂ। ਫਿਰ ਦੇਖਿਆ ਵੀ ਹੁਣ ਹੋਰ ਕੋਈ ਰਸਤਾ ਨਹੀਂ ਹੈ, ਇੱਧਰ ਪਹਾੜਾਂ ਵੱਲ ਨੂੰ ਦੌੜੋ ਜੀ। ਉਹ ਫਿਰ ਛੋਟੇ ਘੱਲੂਘਾਰੇ ਦੇ ਵਿੱਚ ਜਿਸ ਵੇਲੇ ਲਖਪਤ ਰਾਏ ਦੀਆਂ ਫੌਜਾਂ ਨੇ ਪ੍ਰੈਸ਼ਰ ਚਾੜਿਆ ਜਾ ਕੇ ਜੀ, ਉਹ ਪਹਾੜਾਂ ਵੱਲ ਦੌੜ ਪਏ ਜੀ। ਉਹ ਜਦ ਪਹਾੜਾਂ ਵੱਲ ਦੌੜ ਪਏ ਤਾਂ ਉੱਥੋਂ ਹਿੰਦੂ ਰਾਜੇ ਪੈ ਗਏ ਉਹਨਾਂ ਨੂੰ। ਅੱਛਾ। ਤੁਸੀਂ ਦੇਖੋ ਨਾ, ਜਿਸ ਲੜਾਈ ਨੂੰ ਸਾਰਾ ਹੀ ਤੁਸੀਂ ਮੁਸਲਮਾਨਾਂ ਦੇ ਨਾਲ ਜੋੜੀ ਜਾਂਦੇ ਹੋ, ਉਹਦੇ ਵਿੱਚ ਹੁੰਦਾ ਕੀ ਆ? ਇੱਦਾਂ ਦੀਆਂ ਗੱਲਾਂ ਨਹੀਂ ਦੱਸਦੇ ਹੈ ਜਿਹੜੇ ਪਹਾੜੀ ਰਾਜੇ ਸੀ। ਉਹ ਪਹਾੜੀ ਰਾਜੇ, ਉਹਨਾਂ ਵਿੱਚ ਹਿੰਦੂ ਰਾਜੇ ਵੀ ਸੀਗੇ, ਉਹਨਾਂ 'ਚ ਮੁਸਲਮਾਨ ਰਾਜੇ ਸੀ। ਉਹਨੇ ਫਿਰ ਕਾਫੀ ਗਿਣਤੀ ਦੇ ਵਿੱਚ ਮਾਰੇ।
ਸੋ ਛੋਟਾ ਘੱਲੂਘਾਰਾ ਜਿਹੜਾ ਹੈਗਾ ਇਹ ਜਹੀਆ ਖਾਂ ਦੇ ਟਾਈਮ ਦੇ ਵਿੱਚ ਹੋ ਗਿਆ। ਮੇਰਾ ਖਿਆਲ 1746 ਨਾਲ ਇੱਥੇ ਦੀ ਗੱਲ ਹੈ। ਉਹ ਫਿਰ ਦੋਹਾਂ ਭਰਾਵਾਂ ਦੇ ਵਿੱਚ ਲੜਾਈ ਵੀ ਚੱਲਦੀ ਗਈ ਜੀ, ਜਹੀਆ ਖਾਂ ਦੇ ਵਿੱਚ ਤੇ ਫਿਰ ਇਹਦੇ ਵਿੱਚ ਸ਼ਾਹਨਵਾਜ਼ ਦੇ ਵਿੱਚ। ਸ਼ਾਹਨਵਾਜ਼ ਦਾ ਇੱਕ ਸਲਾਹਕਾਰ ਸੀਗਾ ਜੀ ਅਦੀਨਾ ਬੇਗ। ਅੱਛਾ। ਅਦੀਨਾ ਬੇਗ ਜਿਹੜਾ ਸੀਗਾ ਇਹ ਬਿਲਕੁਲ ਇੱਕ ਹੰਬਲ ਘਰਾਣੇ ਦੇ ਵਿੱਚ ਰਾਈਆਂ ਦੇ ਘਰ ਇਹਦਾ ਜਨਮ ਹੋਇਆ। ਰਾਈਆਂ ਦੇ ਘਰ ਨਾਂ ਤਾਂ ਇਹਦਾ ਦੀਨਾ ਹੀ ਸੀ, ਮਗਰੋਂ ਅਦੀਨਾ ਬੇਗ ਨੇ ਰੱਖ ਲਿਆ ਆਪਣਾ ਨਾਂ। ਉਹ ਇੱਕ ਪਹਿਲਾਂ ਕਿਸੇ ਦੇ ਘਰ ਸਫਾਈਆਂ ਕਰਦਾ ਹੁੰਦਾ ਸੀ ਜੀ। ਸਫਾਈਆਂ ਕਰਦਾ ਕਰਦਾ ਜਾ ਕੇ ਉਹ ਉਸ ਬੰਦੇ ਨੇ ਇਹਨੂੰ ਕਿਹਾ ਵੀ ਤੂੰ ਭਰਤੀ ਹੋ ਕਿਤੇ, ਤੂੰ ਕਾਬਲ ਲਾਇਕ ਬੰਦਾ ਆ। ਭਰਤੀ ਹੋ ਗਿਆ। ਉੱਥੋਂ ਵੱਧਦਾ ਮਾਮਲਾ ਇਕੱਠਾ ਕਰਨਾ, ਪਟਵਾਰੀ ਹੋ ਗਿਆ। ਪਟਵਾਰੀ ਤੋਂ ਵੱਧਦਾ ਜਾ ਕੇ ਜੀ ਇਹ ਜਲੰਧਰ ਦੁਆਬ ਦਾ ਸੂਬੇਦਾਰ ਹੋ ਗਿਆ ਜੀ, ਇੱਥੇ ਤੱਕ ਚਲੇ ਗਿਆ ਹੈ। ਅੱਛਾ। ਇਹ ਫਿਰ ਉਹ ਸ਼ਾਹਨਵਾਜ਼ ਦਾ ਐਡਵਾਈਜ਼ਰ ਵੀ ਸੀਗਾ। ਇਨ ਫਿਰ ਕਿਹਾ ਜਾ ਕੇ ਉਹ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਸੀਗੇ ਉਹ ਸ਼ਾਹਨਵਾਜ਼ ਨੂੰ ਮਾਨਤਾ ਨਹੀਂ ਦਿੰਦੇ ਪੂਰੀ। ਅਦੀਨਾ ਬੇਗ ਨੇ ਸ਼ਾਹਨਵਾਜ਼ ਨੂੰ ਕਿਹਾ ਵੀ ਤੇਰੇ ਇੱਕੋ ਰਾਹ ਤੇਰੇ ਲਈ ਹੈਗਾ, ਤੂੰ ਜਿਹੜਾ ਕਾਬਲ ਦਾ ਬਾਦਸ਼ਾਹ ਅਬਦਾਲੀ ਆ ਉਹਨੂੰ ਸੱਦ। ਉਹਦੇ ਕੋਲ ਤਾਕਤ ਬਹੁਤ ਹੈ, ਉਹਨੇ ਸਾਰੇ ਸਿੱਧੇ ਕਰ ਦੇਣੇ ਆ। ਉਹਨੇ ਜਾ ਕੇ ਉਹਨੂੰ ਸੁਨੇਹਾ ਭੇਜ ਦਿੱਤਾ ਜੀ। ਇਨਵੀਟੇਸ਼ਨ ਦੇ ਦਿੱਤੀ ਅਬਦਾਲੀ ਨੂੰ ਵੀ ਜੇ ਤੂੰ ਆ ਕੇ ਇੱਥੇ ਹਮਲਾ ਕਰੇ ਜਾ ਕੇ, ਇੱਥੋਂ ਜਾ ਕੇ ਤੂੰ ਇੱਥੋਂ ਆ ਕੇ ਸੂਬੇਦਾਰੀ ਪੰਜਾਬ ਦੀ ਸਾਨੂੰ ਦੇ ਦੇ, ਤੂੰ ਦਿੱਲੀ ਦਾ ਰਾਜ ਲੈ ਲਾ ਸਾਰਾ। ਦਿੱਲੀ ਦੇ ਬਾਦਸ਼ਾਹ 'ਚ ਖਤਮ ਹੋਇਆ ਕੰਮ। ਹੁਣ ਉਹ ਜਿਹੜਾ ਅਬਦਾਲੀ ਸੀਗਾ ਉਹ ਥਿੰਦ ਸਾਹਿਬ ਉਹਦਾ ਉਸ ਵੇਲੇ 18 ਸਾਲਾਂ ਦਾ ਹੀ ਸੀਗਾ। ਨਾਦਰ ਸ਼ਾਹ ਦੇ ਨਾਲ ਆਇਆ ਸੀ ਉਹ। ਅੱਛਾ ਅੱਛਾ ਅੱਛਾ। ਹਾਂ, ਜਦ ਨਾਦਰ ਸ਼ਾਹ ਦਾ ਹਮਲਾ ਹੋਇਆ ਉਦੋਂ ਅਬਦਾਲੀ ਉਹਦੇ ਨਾਲ ਸੀ। 18 ਸਾਲਾਂ ਦਾ ਜਵਾਨ ਸੀਗਾ, ਪਰ ਉਹ ਸਾਰਾ ਅਬਜ਼ਰਵ ਕਰ ਗਿਆ ਵੀ ਇਹ ਖੋਖਲਾ ਹੋਇਆ ਕੰਮ ਇਹਨਾਂ ਦੇ ਕੋਲ। ਕਿਉਂਕਿ ਜਿਹੜਾ ਬਹਾਦਰ ਸ਼ਾਹ ਰੰਗੀਲਾ, ਜਿਹਨੂੰ ਆਪਾਂ ਇੱਕ ਵਾਰ ਗੱਲ ਕਰ, ਬਹਾਦਰ ਸ਼ਾਹ ਰੰਗੀਲੇ ਨੇ 26 ਸਾਲ ਰਾਜ ਕੀਤਾ, ਇੱਕ ਵਾਰ ਵੀ ਪੰਜਾਬ ਨਹੀਂ ਆਇਆ। ਬਸ ਇੰਨਾ ਇਗਨੋਰ ਕਰਦੇ ਸੀ, ਫੀਮ ਖਾ ਕੇ ਬੈਠੇ ਠੀਕ ਕਰਕੇ। ਉਹ ਕੋਕੀ ਬੇਗਮ ਤਾਂ ਹੋਰ ਜਿਹੜੇ ਵੀ ਸੀ। ਐਨੀਵੇ ਉਹ ਜਿਸ ਵੇਲੇ ਅਹਿਮਦ ਸ਼ਾਹ ਜਿਸ ਵੇਲੇ ਉੱਥੋਂ ਅਹਿਮਦ ਸ਼ਾਹ ਤੁਰ ਪਿਆ ਜਾ ਕੇ, ਉਹ ਦਿੱਲੀ ਵਾਲੇ ਨੂੰ ਪਤਾ ਲੱਗ ਗਿਆ ਵੀ ਹੁਣ ਇਹਨੇ ਸਾਨੂੰ ਛੱਡਣਾ ਨਹੀਂ। ਉਹ ਦਿੱਲੀ ਵਾਲੇ ਨੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਸ਼ਾਹਨਵਾਜ਼ ਨੂੰ। ਅੱਛਾ। ਚੱਲ ਵੀ ਠੀਕ ਹੈ, ਤੂੰ ਇੱਥੇ ਦਾ ਬਾਦਸ਼ਾਹ। ਜਿਸ ਵੇਲੇ ਉਹਨੂੰ ਮਾਨਤਾ ਦੇ ਦਿੱਤੀ, ਉਹਨੇ ਕਿਹਾ ਵੀ ਹੁਣ ਅਬਦਾਲੀ ਦੀ ਕੀ ਲੋੜ ਹੈ ਜੀ। ਉਹ ਜਾ ਕੇ ਉਹ ਅਬਦਾਲੀ ਨੂੰ ਨੋ ਕਹਿਤੀ। ਅਬਦਾਲੀ ਜਿਸ ਵੇਲੇ ਆ ਗਿਆ ਫੌਜਾਂ ਲੈ ਕੇ, ਉਹ ਅਬਦਾਲੀ ਦੇ ਖਿਲਾਫ ਖੜ ਗਿਆ ਜੀ। ਉਹ ਜਾਂ ਖਿਲਾਫ ਖੜ ਗਿਆ ਤਾਂ ਅਬਦਾਲੀ ਨੂੰ ਆਇਆ। ਅਬਦਾਲੀ ਨੇ ਫਿਰ ਉਹ ਆ ਕੇ ਉਹਦੀ ਤਬਾਹੀ ਕੀਤੀ, ਜਾ ਕੇ ਲੁੱਟ ਮਾਰ ਕਰਕੇ ਸਾਰਾ ਲਾਹੌਰ ਲੁੱਟ ਕੇ ਭੰਨ ਕੇ ਸਿੱਟ ਕੇ ਗਾਹਾਂ ਨੂੰ ਤੁਰ ਪਏ ਜਾ ਕੇ ਦਿੱਲੀ ਨੂੰ। ਅੱਗੇ ਜਿਸ ਵੇਲੇ ਉਹ ਦਿੱਲੀ ਨੂੰ ਚੱਲਦੇ ਆ, ਸਰਹੰਦ ਕੋਲ ਆਉਂਦੇ ਆ ਜੀ, ਤੇ ਸਰਹੰਦ ਦੇ ਕੋਲ ਉਹ ਫਿਰ ਦਿੱਲੀ ਦੀਆਂ ਫੌਜਾਂ ਆ ਜਾਂਦੀਆਂ ਅਹਿਮਦ ਸ਼ਾਹ ਦੀਆਂ। ਉਹਦਾ ਇੱਕ ਜਿਹੜਾ ਜਰਨੈਲ ਵਜ਼ੀਰ ਆ, ਮੇਰਾ ਖਿਆਲ ਕਮਰਉਦੀਨ ਨਾਮ ਸੀ ਉਹਦਾ, ਉਹ ਜਿਸ ਵੇਲੇ ਉਹ ਆਇਆ, ਉਹ ਫੌਜਾਂ ਲੈ ਕੇ ਜੀ ਉਹਨੇ ਫਿਰ ਫੌਜਾਂ ਕਾਫੀ ਤਿਆਰ ਕੀਤੀਆਂ ਜਾ ਕੇ। ਉਹ ਤਿਆਰ ਕਰਕੇ ਫੌਜਾਂ ਦੇ ਨਾਲ ਰਹੀਲੇ ਚੀਫ ਨਾਲ ਲੈ ਕੇ ਉਹਨੇ ਜਾ ਕੇ ਉੱਥੇ ਸਰਹੰਦ ਦੇ ਕੋਲ ਜਿਸ ਵੇਲੇ ਹੋਈ, ਸਰਹੰਦ ਦੇ ਕੋਲ ਉਹਨੇ ਅਹਿਮਦ ਸ਼ਾਹ ਹਰਾ ਦਿੱਤਾ। ਅੱਛਾ। ਅਬਦਾਲੀ ਉੱਥੇ ਅਹਿਮਦ ਸ਼ਾਹ ਹਰਾ ਦਿੱਤਾ ਜਾ ਕੇ। ਅਹਿਮਦ ਸ਼ਾਹ ਹਰਾ ਕੇ ਤੇ ਅਹਿਮਦ ਸ਼ਾਹ ਪਿੱਛੇ ਮੁੜ ਗਿਆ ਜਾ ਕੇ ਜੀ। ਅਬਦਾਲੀ ਜਿਹੜਾ ਹਾਰ ਗਿਆ। ਅਬਦਾਲੀ ਨੂੰ ਹਰਾਉਣ ਦੇ ਵਿੱਚ ਉਹਦਾ ਜਿਹੜਾ ਮੁੰਡਾ ਮੋਇਨਨ ਮਲਕ ਸੀ, ਉਹਦਾ ਸਭ ਤੋਂ ਵੱਡਾ ਰੋਲ ਸੀਗਾ ਜਾ ਕੇ। ਉਹ ਜਾਂ ਮੋਇਨਨ ਮਲਕ ਉਹਨੇ ਫਿਰ ਕਰਕੇ ਉਹਦੀ ਦਿੱਲੀ ਵਾਲਿਆਂ ਨੇ ਫਿਰ ਮੋਇਨਨ ਮਲਕ ਨੂੰ ਪੰਜਾਬ ਦਾ ਗਵਰਨਰ ਬਣਾਤਾ। ਮੋਇਨਨ ਮਲਕ ਜਿਹਨੂੰ ਬਾਅਦ 'ਚ ਮੀਰ ਮੰਨੂ ਕਿਹਾ ਜਾਂਦਾ। ਅੱਛਾ, ਠੀਕ ਹੈ। ਉਹ ਫਿਰ ਮੀਰ ਮੰਨੂ ਨੂੰ ਆਪਾਂ ਹੁਣ ਮੀਰ ਮੰਨੂ ਹੀ ਕਹਾਂਗੇ ਉਹਨੂੰ ਵੀ। ਮੀਰ ਮੰਨੂ ਪੰਜਾਬ ਦਾ ਗਵਰਨਰ ਬਣ ਗਿਆ। ਜਿਸ ਵੇਲੇ ਪੰਜਾਬ ਦਾ ਗਵਰਨਰ ਬਣ ਗਿਆ, ਉਸ ਵੇਲੇ ਥੋੜ੍ਹੀ ਜਿਹੀ ਨਹੀਂ ਹੈਲਪ ਮਿਸਰਾਂ ਦੀ ਵੀ ਲਈ ਜਾ ਕੇ ਅਬਦਾਲੀ ਨਾਲ ਲੜਨ ਦੇ ਲਈ, ਥੋੜ੍ਹੀ ਜਿਹੀ ਹੈਲਪ ਲਈ। ਹਾਂ, ਉਹ ਜਿਸ ਵੇਲੇ ਹੋਇਆ ਜੀ, ਇਹ ਇੱਥੋਂ ਜਾ ਕੇ ਇਹ ਤੋਂ ਪਹਿਲਾਂ ਕੀ ਹੋਇਆ, ਫਿਰ ਆਪਣੇ ਉਹ ਸ਼ਾਹਨਵਾਜ਼ ਨੇ ਉਹਦੇ ਖਿਲਾਫ ਬਗਾਵਤ ਕਰ ਦਿੱਤੀ ਮੁਲਤਾਨ ਜਾ ਕੇ ਮੀਰ ਮੰਨੂ ਨੇ। ਫਿਰ ਕੋੜਾਮਲ ਫਿਰ ਇਹਦਾ ਦੀਵਾਨ ਬਣਿਆ ਜੀ। ਦੀਵਾਨ ਉਹੀ ਕੋੜਾਮਲ ਜਿਹੜਾ ਜਾ ਕੇ ਜ਼ਕਰੀਆ ਖਾਨ ਦੇ ਟਾਈਮ ਸੀ ਜੀ। ਕੋੜਾਮਲ ਦੀ ਪੋਜੀਸ਼ਨ ਬਹੁਤ ਹੋ ਗਈ ਜੀ। ਫਿਰ ਕੋੜਾਮਲ ਜਿਹੜਾ ਸੀਗਾ ਉਹ ਵਿੱਚੋਂ ਪ੍ਰੋ ਸਿੱਖ ਸੀ ਜੀ। ਅੱਛਾ। ਉਹ ਜਿਹੜਾ ਸੀਗਾ ਉਹ ਸਿੱਖਾਂ ਪ੍ਰਤੀ ਹਮਦਰਦੀ ਬਹੁਤ ਰੱਖਦਾ ਸੀਗਾ ਜਾ ਕੇ। ਤੇ ਉਹ ਉਹਦਾ ਸਿੱਖ ਇਤਿਹਾਸ ਦੇ ਵਿੱਚ ਉਹਨੂੰ ਮਿੱਠਾ ਮਲ ਕਹਿੰਦੇ ਆ ਸਿੱਖ ਜੀ। ਮਿੱਠਾ ਮਲ ਕਹਿੰਦੇ ਆ ਜਾ ਕੇ। ਹੁਣ ਇਨੀ ਜਿਹੜਾ ਪਹਿਲਾਂ ਸੀਗਾ ਜੀ, ਪਹਿਲਾਂ ਇਨੀ ਪਾਬੰਦੀਆਂ ਬਹੁਤ ਜ਼ਿਆਦਾ ਲਾਤੀਆਂ ਸੀਗੀਆਂ ਜਾ ਕੇ ਇੱਥੇ। ਉਹ ਜਿਸ ਵੇਲੇ ਸ਼ਾਹਨਵਾਜ਼ ਨੇ ਬਗਾਵਤ ਕੀਤੀ ਤਾਂ ਇਹ ਮੀਰ ਮੰਨੂ ਨੇ ਫਿਰ ਕੋੜਾਮਲ ਨੂੰ ਕਿਹਾ ਜਾ ਕੇ ਵੀ ਸ਼ਾਹਨਵਾਜ਼ ਦੀ ਬਗਾਵਤ ਦਬਾ ਕਿਸੇ ਤਰ੍ਹਾਂ। ਕੋੜਾਮਲ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਵੀ ਮੇਰੀ ਮਦਦ ਕਰੋ ਇਹ ਸ਼ਾਹਨਵਾਜ਼ ਨੂੰ ਦਬਾਉਣ ਦੇ ਲਈ। ਅੱਛਾ। ਹਾਂ, ਮਿਸਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ। ਜੱਸਾ ਸਿੰਘ ਆਹਲੂਵਾਲੀਆ 10,000 ਫੌਜ ਲੈ ਕੇ ਕੋੜੇਮਲ ਦੇ ਨਾਲ ਉਹਨੂੰ ਸ਼ਾਹਨਵਾਜ਼ ਨੂੰ ਦਬਾਉਣ ਲਈ ਗਏ ਜਾ ਕੇ। ਵਾਹ। ਹੁਣ ਦੇਖੋ ਇੱਥੇ ਧਰਮ ਦਾ ਕੀ ਤਲਕ ਹੈ। ਤਾਂ ਹੀ ਮੈਂ ਕਹਿੰਦਾ ਵੀ ਹਿਸਟਰੀ ਦੇ ਫੈਕਟਸ ਦੇਖੋ, ਉੱਦਾਂ ਹੀ ਨਾ ਮੰਨੀ ਜਾਓ ਜਾ ਕੇ ਵੀ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀ ਲੜਾਈ ਸੀਗੀ। ਫੈਕਟਸ ਦੇਖੋ। ਕੋੜਾਮਲ ਸਿੱਖ ਮਿਸਲਾਂ ਦੇ ਜੱਸਾ ਸਿੰਘ ਆਹਲੂਵਾਲੀਆ ਦੀ 10,000 ਫੌਜ ਨਾਲ ਲੈ ਕੇ ਸ਼ਾਹਨਵਾਜ਼ ਨੂੰ ਮੀਰ ਮੰਨੂ ਦੀ ਖਾਤਰ ਲੜਨ ਗਿਆ, ਮੁਲਤਾਨ ਜਾ ਕੇ ਹਰਾਇਆ ਉਹਨੂੰ।
ਕੀ ਬਾਤ। ਉਹਨੂੰ ਹਰਾਇਆ ਤਾਂ ਉਹ ਦਿੱਲੀ ਨੂੰ ਦੌੜ ਗਿਆ ਜੀ ਆ ਕੇ। ਉਹ ਫਿਰ ਆ ਗਿਆ। ਉਹ ਜਿਸ ਵੇਲੇ ਉੱਥੋਂ ਫਿਰ ਵਿਹਲੇ ਹੋਏ, ਉਹ ਸਿੱਖਾਂ ਨੇ ਫਿਰ 1748 ਦੇ ਵਿੱਚ ਫਿਰ ਆਪਣੇ ਆਪ ਨੂੰ ਆਰਗੇਨਾਈਜ਼ ਕੀਤਾ ਜੀ। ਫਿਰ ਇਹ ਉਸ ਵੇਲੇ ਤੱਕ ਸਿੱਖਾਂ ਦੇ 65 ਜਥੇ ਬਣ ਗਏ ਸੀ ਜੀ। ਕੋਈ ਛੋਟੇ ਛੋਟੇ ਜਥੇ ਜਿਹੜੇ ਆਪਣੇ ਆਪਣੇ ਏਰੀਏ ਦੇ ਵਿੱਚ ਕੁਛ ਲੁੱਟਮਾਰ ਕਰਦੇ ਸੀ, ਖਜ਼ਾਨਾ ਲੁੱਟ ਲਿਆ ਜਾਂ ਗੌਰਮੈਂਟ ਲੁੱਟ ਲਿਆ ਜਾਂ ਜਗੀਰਦਾਰੀ ਆ, ਉਹ ਉਸ ਮੁਜ਼ਾਹਰੇ ਸਾਰੇ ਕੀਤੇ ਹੋਏ ਆਜ਼ਾਦ ਹੋਏਗਾ। ਇਹ ਸਾਰੇ ਇਹਨਾਂ ਦੀ ਫੋਲੋਇੰਗ ਸੀ, ਉਹ ਮੁਜ਼ਾਹਰਿਆਂ ਦੀ ਜ਼ਿਆਦਾ ਫੋਲੋਇੰਗ ਸੀ। ਹਾਂ, ਸਿੱਖ ਮੁਜ਼ਾਹਰੇ, ਮੁਸਲਮਾਨ ਮੁਜ਼ਾਹਰੇ, ਹਿੰਦੂ ਮੁਜ਼ਾਹਰੇ, ਉਹ ਸਾਰੇ ਸਿੱਖ ਮਿਸਲਾਂ ਦੇ ਹੇਠਾਂ ਆਏ। ਸਿੱਖਾਂ ਨੇ ਸਾਰਾ ਪੰਜਾਬ ਆਰਗੇਨਾਈਜ਼ ਕੀਤਾ। ਫਿਰ ਸਿੱਖ ਮਿਸਲਾਂ ਨੇ ਸਾਰੇ ਪੰਜਾਬ ਦੀ ਅਗਵਾਈ ਕੀਤੀ। ਉਸ ਵੇਲੇ ਇਕੱਲੇ ਸਿੱਖਾਂ ਦੀ ਅਗਵਾਈ ਨਹੀਂ ਕੀਤੀ, ਉਹਨੇ ਸਾਰੇ ਪੰਜਾਬ ਦੀ ਕੀਤੀ। ਸਿੰਘ ਸਾਹਿਬ, ਸਿੱਖ ਮਿਸਲਾਂ ਦੇ ਜਿੱਤਣ ਦਾ ਬੜਾ ਕਾਰਨ ਇਹੀ ਆ ਵੀ ਉਹਨੇ ਇਸ ਜੰਗ ਨੂੰ ਧਰਮ ਯੁੱਧ ਬਣਨ ਹੀ ਨਹੀਂ ਦਿੱਤਾ। ਉਹਨੇ ਇਹਨੂੰ ਲੋਕ ਯੁੱਧ ਰੱਖਿਆ ਜਾ ਕੇ, ਵੀ ਇਹ ਲੋਕਾਂ ਦਾ ਯੁੱਧ ਹੈ, ਧਰਮ ਯੁੱਧ ਹੈ ਨਹੀਂ ਜਾ ਕੇ। ਔਰ ਤੁਸੀਂ ਦੇਖੋ ਈਵਨ ਬੰਦੇ ਦੇ ਟਾਈਮ ਦੇ ਵਿੱਚ ਫਰਖਸਿਆਰ ਨੇ 2-3 ਵਾਰ ਕੋਸ਼ਿਸ਼ ਕੀਤੀ ਇਹਨੂੰ ਜਹਾਦੀ ਰੰਗ ਦੇਣ ਦੀ, ਉਹਨੇ ਨਹੀਂ ਲੈਣ ਦਿੱਤਾ। ਜਹਾਦੀ ਰੰਗ ਬਣਾਉਣਾ ਹੀ ਨਹੀਂ ਦਿੱਤਾ। ਉਹਨੇ ਕਿਹਾ ਨਹੀਂ ਜੀ, ਇਹ ਜਹਾਦੀ ਰੰਗ ਨਹੀਂ, ਇਹ ਤਾਂ ਮੁਜ਼ਾਹਰਿਆਂ ਦੀ ਲੜਾਈ ਹੈ, ਇਹ ਤਾਂ ਦੂਈ ਲੜਾਈ ਹੈ। ਉਹ ਚਾਹੁੰਦੇ ਸੀ ਵੀ ਗੌਰਮੈਂਟ ਨੇ ਯੂਜ਼ ਕਰਨਾ ਚਾਹਿਆ ਰਿਲੀਜਨ ਨੂੰ, ਅਸੀਂ ਰਿਲੀਜਨ ਨੂੰ ਯੂਜ਼ ਕਰੀਏ। ਔਰ ਗਾਹੇ ਬਗਾਹੇ ਉਹਨੇ ਕੋਸ਼ਿਸ਼ ਕੀਤੀ ਵੀ ਇਹ ਜਾ ਕੇ ਵੀ ਇਹ ਸਿੱਖ ਹੈ, ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਦਿੱਲੀ ਦੀ। ਹਾਂ, ਪਰ ਮਿਸਲਾਂ ਨੇ ਨਹੀਂ ਹੋਣ ਦਿੱਤੀ। ਮਿਸਲਾਂ ਨੇ ਇਹਨੂੰ ਪੰਜਾਬੀਆਂ ਦੀ ਲੜਾਈ ਔਰ ਕਿਸਾਨੀ ਯੁੱਧ ਹੀ ਰੱਖਿਆ। ਉਸ ਲੈਵਲ ਤੇ ਰੱਖਦੇ ਤਾਂ ਹੀ ਉਹ ਸਫਲ ਹੋਏ। ਨਹੀਂ, ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਬਹੁਤ ਵੱਡੇ ਸੂਬੇ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਦਾ ਰੀਜ਼ਨ ਇਹੀ ਸੀ ਵੀ ਉਹ ਪੰਜਾਬੀਆਂ ਦੀ ਸਾਂਝੀ ਲੜਾਈ ਸਿੱਖਾਂ ਨੇ ਲੜੀ ਹੈ। ਸਿੱਖਾਂ ਨੇ ਲੜਾਈ ਇਕੱਲੀ ਇੱਦਾਂ ਨਹੀਂ ਲੜੀ ਹੈ, ਸਿੱਖਾਂ ਨੇ ਲੜਾਈ ਸਾਰੇ ਪੰਜਾਬ ਦੀ ਅਗਵਾਈ ਕੀਤੀ ਹੈ, ਇਰਰਿਸਪੈਕਟਿਵ ਆਫ ਦੀ ਫੈਕਟ ਵੀ ਉਹਦੀ ਜ਼ਾਤ ਕੀ ਹੈ, ਉਹਦਾ ਰੰਗ ਕੀ ਹੈ, ਉਹਦੀ ਨਸਲ ਕੀ ਹੈ, ਉਹਦਾ ਮਜ਼ਹਬ ਕੀ ਹੈ। ਨੋ, ਇਹ ਲੜਾਈ ਜਿਹੜੀ ਉਸੇ ਹੀ ਸਿੱਖ ਆਧਾਰ ਦੇ ਉੱਤੇ ਮਾਨਸ ਕੀ ਜ਼ਾਤ ਸਭੇ ਇੱਕ ਪਹਿਚਾਣ, ਇਹ ਸਾਰੀ ਮਨੁੱਖਤਾ ਇੱਕ ਆ, ਸਾਰੀ ਮਨੁੱਖਤਾ ਇੱਕ ਨੇ ਲੜਨਾ। ਇਹ ਸਿੱਖ ਮਿਸਲਾਂ ਦੀ ਲੜਾਈ ਉਹ ਲੜਾਈ ਸੀਗੀ ਜਿਹੜੀ ਕਿ ਆਪਣੇ ਬੰਦੇ ਜਾ ਕੇ ਇਹਨੂੰ ਬਹੁਤ ਘੱਟ ਅੱਗੇ ਲਿਆਉਂਦੇ ਆ। ਅੱਗੇ ਚੱਲਦੇ ਆਪਾਂ ਫਿਰ। ਆਪਣੇ ਕੋਲੇ ਹੁਣ ਪ੍ਰੋਗਰਾਮ ਤਕਰੀਬਨ ਸੰਪੰਨ ਹੋਣ ਵਾਲਾ। ਹਾਂਜੀ, ਪਰ 1748 ਤੱਕ ਜ਼ਰੂਰ ਕੰਪਲੀਟ ਕਰਕੇ ਜਾਓ ਜਿੱਥੇ ਮਿਸਲਾਂ ਦਾ ਆਗਾਜ਼ ਹੋ ਜਾਂਦਾ। ਹਾਂਜੀ ਸਿੰਘ ਸਾਹਿਬ, ਇੱਕ ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਉਹ ਮੈਂ ਉਸ ਗੱਲ ਨੂੰ ਮੈਂ ਫੇਰ ਦੁਹਰਾਉਣਾ ਚਾਹੁੰਦਾ ਵੀ ਜਦ ਤੱਕ ਅਸੀਂ ਸਿੱਖੀਜ਼ਮ ਦਾ ਜਿਹੜਾ ਇਨਸਾਨੀਅਤ ਦਾ ਪਾਰਟ ਆ ਉਹਨੂੰ ਨਹੀਂ ਸਮਝਣਾ, ਉਨੀ ਦੇਰ ਤੱਕ ਇਹ ਮੂਵਮੈਂਟ ਸਮਝ ਨਹੀਂ ਆਉਣੀ ਹੈ। ਉਨੀ ਦੇਰ ਤੱਕ ਸਮਝ ਨਹੀਂ ਆਉਣੀ। ਇਹ ਜੇ ਅਸੀਂ ਉਹਨੂੰ ਸਮਝ ਜਾਵਾਂਗੇ ਵੀ ਸਿੱਖੀਜ਼ਮ ਦੇ ਵਿੱਚ ਸਿੱਖਾਂ ਨੇ ਧਰਮ ਦੇ ਆਧਾਰ ਦੇ ਉੱਤੇ ਕਿਸੇ ਨੂੰ ਅੱਜ ਤੱਕ ਨਹੀਂ ਮਾਰਿਆ। ਔਰ ਸਿੱਖਾਂ ਦੇ ਇੱਕ ਹੋਰ ਗੱਲ ਸੁਣ ਲਓ ਤੁਸੀਂ ਆ ਕੇ, ਸਾਰੀ ਸਿੱਖ ਮੂਵਮੈਂਟ ਦੇ ਵਿੱਚ ਕਿਤੇ ਵੀ ਜ਼ਬਰਦਸਤੀ ਕਿਸੇ ਦਾ ਧਰਮ ਨਹੀਂ ਬਦਲਾਇਆ ਗਿਆ। ਨਾ ਜੀ, ਅੱਜ ਵੀ ਫਿਰ ਗੁਰਦੁਆਰਿਆਂ 'ਚ ਨਮਾਜ਼ ਪੜ੍ਹਨ ਲਈ ਸਿੱਖ ਹੀ ਮੁਸਲਮਾਨਾਂ ਨੂੰ ਕਹਿੰਦੇ ਤੁਸੀਂ ਇੱਥੇ ਕੋਈ ਨਮਾਜ਼ ਵੀ ਪੜ੍ਹ ਸਕਦੇ। ਠੀਕ। ਸੋ ਮੈਂ ਜੋ ਕਹਿਣਾ ਚਾਹੁੰਦਾ ਵੀ ਇਹਨੂੰ ਧਰਮ ਦਾ ਨਾ ਰੰਗ ਦਿੱਤਾ ਜਾਵੇ, ਕਿਉਂਕਿ ਸਿੱਖ ਮਿਸਲਾਂ ਨੇ ਧਰਮ ਦਾ ਰੰਗ ਨਹੀਂ ਇਹਨੂੰ ਦਿੱਤਾ। ਬੰਦੇ ਬਹਾਦਰ ਨੇ ਵੀ ਧਰਮ ਦਾ ਰੰਗ ਨਹੀਂ ਦਿੱਤਾ। ਇਹ ਲੋਕ ਯੁੱਧ ਸੀ ਉਸ ਵੇਲੇ ਪੰਜਾਬ ਦੇ ਵਿੱਚ ਚੱਲਦਾ। ਸਾਰੇ ਪੰਜਾਬੀਆਂ ਦਾ ਇੱਕ ਸਾਂਝੀ ਲੜਾਈ ਸੀ ਜਿਹੜੀ ਜ਼ੁਲਮ ਦੇ ਖਿਲਾਫ ਸੀ, ਜਿਹੜਾ ਇੱਕ ਇਨਸਾਫ ਪਸੰਦ ਰਾਜ ਇੱਥੇ ਕਾਇਮ ਕਰਨ ਦੀ ਗੱਲ ਹੋਈ, ਜਿਹੜਾ ਕਿ ਰਾਜ ਹੋਇਆ ਬਾਅਦ ਦੇ ਵਿੱਚ ਕਾਇਮ ਕਰਨ। ਠੀਕ ਹੈ ਨਾ। ਇਹ ਪੰਜਾਬੀਆਂ ਦਾ ਜਿਹੜਾ ਆਪਣਾ ਰਾਜ ਧਰਮ ਨਿਰਪੱਖਤਾ ਵਾਲਾ ਔਰ ਹਿਊਮਨ ਰਾਈਟਸ ਵਾਲਾ ਰਾਜ ਦੀ ਸਥਾਪਨਾ ਦੀ ਅਸੀਂ ਗੱਲ ਕਰ ਰਹੇ ਹਾਂ। ਇਹ ਧਾਰਮਿਕ ਲੜਾਈ ਨਹੀਂ ਹੈ। ਹੁਣ ਮੇਰੀ ਸਮਝ ਨਹੀਂ ਆਉਂਦੀ ਸਿੰਘ ਸਾਹਿਬ, ਜਾ ਕੇ ਪਤਾ ਨਹੀਂ ਕਿਉਂ ਨਫ਼ਰਤ ਖਿਲਾਰਦੇ ਆ ਇੱਕ ਦੂਜੇ ਨਾਲ, ਮੁਸਲਮਾਨਾਂ ਪ੍ਰਤੀ, ਦੂਜਿਆਂ ਪ੍ਰਤੀ ਨਫ਼ਰਤ ਕਿਉਂ ਖਿਲਾਰਦੇ ਆ, ਜਦ ਕਿ ਕਮਿਊਨਿਟੀਆਂ ਦੇ ਵਿੱਚ ਤਾਂ ਏਕਤਾ ਬਹੁਤ ਰਹੀ ਹੈ। ਸਾਂਝੀਆਂ ਪੰਜਾਬ ਨੇ ਮੰਗਾਂ ਲੜੀਆਂ ਜਾ ਕੇ। ਮੈਂ ਅੱਗੇ ਪਹਿਲਾਂ ਗੱਲ ਕਹਿ ਚੁੱਕਾ ਜਾ ਕੇ ਵੀ ਦਿੱਲੀ ਦੇ ਖਿਲਾਫ ਮੁਸਲਮਾਨਾਂ ਨੇ ਬਹੁਤ ਸੰਘਰਸ਼ ਕੀਤੇ ਆ ਪੰਜਾਬ ਦੇ ਵਿੱਚ, ਉਹ ਅੱਗੇ ਆਉਣੇ ਚਾਹੀਦੇ ਆ। ਦੁੱਲਾ ਭੱਟੀ ਐਵੇਂ ਤੋਂ ਮਾਰ ਦਿੱਤਾ ਸੀ, ਉਹਨੂੰ ਇੱਕ ਧਾੜਵੀ ਜਿਹਾ ਕਹਿ ਕੇ ਕਰ ਰਿਹਾ, ਉਹ ਬਕਾਇਦਾ ਬਗਾਵਤ ਸੀ ਉਹ ਦਿੱਲੀ ਦੀ ਸਰਕਾਰ ਦੇ ਖਿਲਾਫ ਪੰਜਾਬ ਦੇ ਇੱਕ ਯੋਧੇ ਦੀ ਜਾ, ਕਿਉਂਕਿ ਉਹ ਪੰਜਾਬੀ ਮੁਸਲਮਾਨ ਸੀ, ਵਿਤਕਰਾ ਮਹਿਸੂਸ ਕਰਦੇ, ਉਹ ਮਹਿਸੂਸ ਕਰਦੇ ਸੀ ਵਿਤਕਰਾ ਜਾ ਕੇ। ਜਿੱਦਾਂ ਤੁਸੀਂ ਵੀ ਹੁਣ ਕਹਿ ਕੇ ਹਟੇ ਆ, ਆਪਾਂ ਪਿਛਲੀ ਵਾਰ ਵੀ ਕੀਤੀ ਸੀ ਵੀ ਪੰਜਾਬੀ ਮੁਸਲਮਾਨ ਇਗਨੋਰ ਹੁੰਦੇ ਰਹੇ ਆ ਦਿੱਲੀ ਸਰਕਾਰ ਵੱਲੋਂ। ਦਿੱਲੀ ਦੇ ਵਿੱਚ ਜਿਹੜੇ ਉੱਧਰਲੇ ਮੁਸਲਮਾਨ ਆਉਂਦੇ ਸੀ ਉਹ ਰਾਜ ਕਰਦੇ ਸੀ। ਇਹਨਾਂ ਤੋਂ ਛੋਟ ਮੋਟੀਆਂ ਨੌਕਰੀਆਂ ਜਿਹੜੀਆਂ ਪਟਵਾਰੀ ਲਾਤੇ, ਦੂਜੇ ਲਾਤੇ, ਹੈ ਨੌਕਰੀਆਂ ਲੱਗਦੀਆਂ ਸੀਗੀਆਂ ਜਾ ਕੇ। ਉਹ ਵਿਤਕਰਾ ਮਹਿਸੂਸ ਕਰਦੇ ਸੀ। ਉਹ ਵਿਤਕਰਾ ਜਿਹੜਾ ਅਸੀਂ ਜਦ ਹੁਣ ਬਾਅਦ ਦੇ ਵਿੱਚ ਗੱਲ ਕਰਾਂਗੇ ਮੀਰ ਮੰਨੂ ਦੇ ਟਾਈਮ ਵਿੱਚ ਔਰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਗੱਲ ਕਰਾਂਗੇ, ਉਸ ਵੇਲੇ ਫਿਰ ਮੈਂ ਇਹ ਦੱਸੂਗਾ ਵੀ ਵਿਤਕਰਾ ਕਿੱਦਾਂ ਹੋਇਆ ਔਰ ਕਿੱਦਾਂ ਉਹਨੂੰ ਫਿਰ ਸਾਂਝੇ ਤੌਰ 'ਤੇ ਸਾਰੇ ਪੰਜਾਬੀਆਂ ਨੇ ਲੜਿਆ ਜਾ ਕੇ। ਹਿੰਦੂ ਮੁਸਲਮਾਨ ਸਿੱਖਾਂ ਨੇ ਸਾਂਝੀ ਲੜਾਈ ਲੱਗੀ ਪੰਜਾਬ ਦੀ ਲਿਬਰੇਸ਼ਨ ਦੇ ਲਈ। ਔਰ ਫਿਰ ਪਹਿਲੀ ਵਾਰ ਔਰ ਆਖਰੀ ਵਾਰ ਹਿਸਟਰੀ ਦੇ ਵਿੱਚ ਸਲਤਨਤ ਤੇ ਪੰਜਾਬ ਕਾਇਮ ਹੋਈ ਜਾ, ਕਿੰਗਡਮ ਆਫ ਪੰਜਾਬ ਇੱਕ ਵਾਰ ਹੀ ਹੋਈ ਹੈ ਹਿਸਟਰੀ ਦੇ ਵਿੱਚ ਕਾਇਮ। ਅੱਜ ਇਹ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਅਗਲੇ 'ਚ ਕਰ ਲਾਂਗੇ। ਥੈਂਕ ਯੂ, ਬਹੁਤ ਮਿਹਰਬਾਨੀ।